परम सम्मानयोग गुरु प्यारे गुरु सवारियो, वाहिगुरू जी का खालसा वाहिगुरू जी की फतेह। आप सारिਆਂ ਨੂੰ सिख मिशन ਕਾਲਜ ਲੁਧਿਆਣਾ ਵੱਲੋਂ ਚੱਲ ਰਹੀ SMC ਗੁਰਮਤਿ ਕਲਾਸ USA ਵਿੱਚ ਜੀ ਆਇਆਂ। ਅੱਜ ਦਾ ਸਾਡਾ ਸੈਸ਼ਨ ਸਵਾਲ ਜਵਾਬ ਦਾ ਹੈ। ਹਰ ਸੋਮਵਾਰ ਦੀ ਤਰ੍ਹਾਂ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰ ਵੱਲੋਂ ਦਿੱਤੇ ਜਾਂਦੇ ਹਨ। ਇਸ ਸੈਸ਼ਨ ਦੀ ਸੇਵਾ ਵੀ ਰਾਜਾ ਸਿੰਘ ਜੀ ਨਿਭਾ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀ ਰਾਜਾ ਸਿੰਘ ਜੀ ਨੂੰ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕੀਤਾ ਜਾਏ। ਵੀ ਰਾਜਾ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਸਵਾਲ ਜਵਾਬ ਸੈਸ਼ਨ ਵਿੱਚ ਸਵਾਗਤ ਹੈ ਜੀ। ਔਰ ਪੈਨਲ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ। ਤੋ ਸਭ ਤੋਂ ਪਹਿਲਾਂ ਆਪ ਜੀ ਨੂੰ ਫਤਿਹ ਸਾਂਝੀ ਕੀਤੀ ਜਾਏਗੀ। ਸਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਰ ਪ੍ਰਭ ਕੀਰਤਨ ਸਿੰਘ ਜੀ। ਸਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਤੋ ਸਰ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਫਤਿਹ ਸਾਂਝੀ ਕੀਤੀ ਹੈ ਜੀ। ਤੋ ਸਤਸੰਗੀਓ, ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ ਵੀ ਅੱਜ 6 ਜੂਨ ਹੈ। ਸਿੱਖ ਕੌਮ ਦੇ ਵਿਰਸੇ ਵਿੱਚ ਪੈਰ ਪੈਰ ਤੇ ਜਿਹੜੇ ਚੈਲੰਜਸ ਨੇ ਉਹ ਜਦ ਦਾ ਕੌਮ ਉਸ ਰਹੀ ਹੈ ਅੱਜ ਤੱਕ ਉਹ ਤਾਂ ਆਉਂਦੇ ਰਹੇ। ਤੋ ਸਮੇਂ ਸਮੇਂ ਬੜੇ ਹੀ ਮਤਲਬ ਹੈ ਵੀ ਐਸੇ ਨਾ ਬਿਆਨ ਕੀਤੇ ਜਾਣ ਵਾਲੇ ਘੱਲੂਘਾਰੇ ਸਾਡੇ ਨਾਲ ਵਰਤ ਚੁੱਕੇ ਨੇ। ਪਰ ਜਿਹੜਾ ਜੂਨ 84 ਦਾ ਘੱਲੂਘਾਰਾ ਹੈ ਉਹ ਸਾਡੀ ਹਯਾਤੀ 'ਚ ਹੋਇਆ। ਜਿੰਨੇ ਵੀ ਮੇਰੇ ਵੀਰ ਭੈਣਾਂ ਜਿਨ੍ਹਾਂ ਦੀ ਉਮਰ ਤਕਰੀਬਨ 45 ਸਾਲ ਜਾਂ ਇਸ ਤੋਂ ਜ਼ਿਆਦਾ ਹੈ, ਉਹਨਾਂ ਸਾਰਿਆਂ ਨੇ ਦੇ ਆਪ ਇਹ ਇੱਕ ਇੱਕ ਦਿਨ ਦੀ ਘਟਨਾ ਜਿਹੜੀ ਯਾਦ ਹੋਵੇਗੀ। ਤੋ ਇੱਕ ਐਸਾ ਸਿੱਖ ਕੌਮ ਦੇ ਪਿੰਡੇ ਤੇ ਨਸੂਰ ਹੈ ਜਿਹੜਾ ਕਦੀ ਵੀ ਮਿਟ ਨਹੀਂ ਸਕਦਾ। ਔਰ ਕੋਈ ਵੀ ਸਿੱਖ ਜਿਹੜਾ ਜੂਨ 84 ਨੂੰ ਕਦੀ ਭੁਲਾ ਨਹੀਂ ਸਕਦਾ। ਅੱਜ ਉਹ ਦਿਨ ਹੈ, ਆਓ ਉਸ ਦਿਨ ਇੱਕ ਵਾਰੀ ਯਾਦ ਕਰ ਲਈਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੋ ਉਸ ਸੰਗੀਓ ਆਪਾਂ ਸਵਾਲਾਂ ਵੱਲ ਚੱਲਦੇ ਹਾਂ ਜੀ। ਸਵਾਲ ਜਿਹੜੇ ਨੇ ਅੱਜ ਵੱਖ-ਵੱਖ ਵਿਸ਼ਿਆਂ ਤੇ ਸਾਡੇ ਕੋਲ ਆਏ ਨੇ। ਔਰ ਆਮ ਤੌਰ ਤੇ ਹੁੰਦਾ ਵੀ ਜਿਹੜੇ ਗੁਰਬਾਣੀ ਦੀਆਂ ਤੁਕਾਂ ਜਾਂ ਉਹਨਾਂ ਦੇ ਅਰਥਾਂ ਬਾਰੇ ਜ਼ਿਆਦਾ ਹੁੰਦੇ, ਪਰੰਤੂ ਅੱਜ ਸਾਰੇ ਜਿਹੜੇ ਸਵਾਲ ਨੇ ਸਾਡੇ ਉਹ ਸਾਡੇ ਆਮ ਰਹਿਣੀ ਬਹਿਣੀ ਜਾਂ ਜਿਹੜੀ ਸਾਡੀ ਹੋਰ ਰਵਾਇਤਾਂ ਨੇ ਉਹਨਾਂ ਨਾਲ ਸੰਬੰਧਿਤ ਨੇ। ਤੋ ਆਓ ਆਪਾਂ ਸ਼ੁਰੂ ਕਰਦੇ ਹਾਂ। ਤੋ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹ ਸਰਦਾਰ ਜਗੀਰ ਸਿੰਘ ਜੀ ਕਰਨਗੇ। ਮੈਂ ਕਰਨਾ, ਹਾਂਜੀ ਸਰ ਜਗੀਰ ਸਿੰਘ ਜੀ ਕਰਨਗੇ। ਤੋ ਆਪਾਂ ਦੇਖਦੇ ਹਾਂ ਵੀ ਕੋਈ ਵੀ ਖੁਸ਼ੀ ਦਾ ਕੰਮ ਹੋਵੇ ਜਾਂ ਕੋਈ ਹੋਰ ਸੂਚਨਾ ਕਿਸੇ ਨੂੰ ਦੇਣੀ ਹੋਵੇ ਤੇ ਇੱਕ ਟ੍ਰੈਡੀਸ਼ਨ ਹੈ ਕਾਰਡ ਛਾਪ ਕੇ ਭੇਜਣ ਦੀ। ਔਰ ਜਿਸ ਵੇਲੇ ਬੱਚੇ ਜਾਂ ਬੱਚੀ ਦਾ ਆਨੰਦ ਕਾਰਜ ਹੁੰਦਾ ਤਾਂ ਉਸ ਵੇਲੇ ਤਾਂ ਕਾਰਡ ਜਿਹੜੇ ਨੇ ਬੜੀ ਮਤਲਬ ਹੁੱਭ ਕੇ ਬੜੀ, ਮੈਂ ਦੇਖਣ 'ਚ ਤੁਹਾਡੇ ਵੀ ਆਇਆ, ਮੇਰੀ ਵੀ ਆਇਆ, ਕੁਦਰਤੀ ਇਸ ਲਾਈਨ ਨਾਲ ਮੈਂ ਸੰਬੰਧਿਤ ਵੀ। ਤੋ ਕੋਸ਼ਿਸ਼ ਹੁੰਦੀ ਹੈ ਜੀ ਬਹੁਤ ਵਧੀਆ ਕਾਰਡ ਬਣੇ ਜੀ। ਔਰ ਮੈਂ ਉਸ ਪਾਸੇ ਤੇ ਨਹੀਂ ਜਾਂਦਾ ਵੀ ਅੱਜ ਬੜੇ ਬੜੇ ਮਤਲਬ ਵੀ ਇਸ ਪਾਸੇ ਵੀ ਇੱਕ ਫਜ਼ੂਲ ਖਰਚੀ ਦਾ ਰਿਵਾਜ਼ ਚੱਲ ਪਿਆ, ਇੱਕ ਵੱਖਰਾ ਵਿਸ਼ਾ। ਪਰ ਸਾਡੇ ਕੋਲ ਜਿਹੜਾ ਸਵਾਲ ਆਇਆ, ਸਵਾਲ ਕਰਤਾ ਪੁੱਛਦੇ ਨੇ ਵੀ ਆਨੰਦ ਕਾਰਜ ਦੇ ਕਾਰਡਾਂ ਤੇ ਗੁਰਬਾਣੀ ਦੀਆਂ ਤੁਕਾਂ ਛਾਪਣੀਆਂ ਚਾਹੀਦੀਆਂ ਹਨ ਕਿ ਨਹੀਂ। ਤੋ ਇਹਦੇ ਬਾਰੇ ਮੈਂ ਵੀਰ ਜਗੀਰ ਸਿੰਘ ਨੂੰ ਬੇਨਤੀ ਕਰਾਂਗਾ ਵੀ ਉਹ ਕਿਰਪਾ ਕਰਨਗੇ ਤੇ ਦੱਸੋ ਵੀ ਛਾਪਣੀਆਂ ਚਾਹੀਦੀਆਂ, ਨਹੀਂ ਛਾਪਣੀਆਂ ਚਾਹੀਦੀਆਂ, ਕਿਉਂ ਨਹੀਂ ਛਾਪਣੀਆਂ ਚਾਹੀਦੀਆਂ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ ਸਵਾਲ ਆਇਆ ਹੈਗਾ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਕੀ ਵਿਆਹ ਸ਼ਾਦੀਆਂ ਦੇ ਕਾਰਡਾਂ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖਣੀਆਂ ਚਾਹੀਦੀਆਂ ਹਨ ਜਾਂ ਨਹੀਂ। ਇਹ ਹੈ ਜੀ ਸਵਾਲ। ਗੁਰੂ ਅਮਰਦਾਸ ਜੀ ਦਾ ਜੀ ਫਰਮਾਨ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਗੁਰੂ ਰਾਮਦਾਸ ਜੀ ਸਾਨੂੰ ਸਮਝਾਉਂਦੇ ਹਨ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਮਤਿ ਅਨੁਸਾਰ ਗੁਰਬਾਣੀ ਦੀਆਂ ਪੋਥੀਆਂ, ਗੁਟਕਿਆਂ ਆਦਿ ਨੂੰ ਰੁਮਾਲ ਵਿੱਚ ਲਪੇਟ ਕੇ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ ਅਤੇ ਜੂਠੇ ਹੱਥ ਨਹੀਂ ਲਾਉਣੇ। ਵਿਆਹ ਸ਼ਾਦੀਆਂ ਦੇ ਕਾਰਡਾਂ ਅਤੇ ਮ੍ਰਿਤਕ ਦੇ ਕਾਰਡ ਜਾਂ ਕੋਈ ਵੀ ਕਾਰਡ ਜਿਨ੍ਹਾਂ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ ਹਨ, ਆਮ ਕਰਕੇ ਉਹਨਾਂ ਨੂੰ ਡਸਟਬਿਨ, ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕੀ ਇਹ ਗੁਰਬਾਣੀ ਦੀ ਬੇਅਦਬੀ ਨਹੀਂ? ਸੋ ਚੰਗਾ ਤਾਂ ਇਹ ਹੈ ਕਿ ਇਹਨਾਂ ਕਾਰਡਾਂ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੀ ਨਾ ਜਾਣ, ਕਾਰਡ ਸਾਦੇ ਹੋਣ। ਪੁਰਾਣੇ ਜ਼ਮਾਨੇ ਵਿੱਚ ਕੋਈ ਵੀ ਚਿੱਠੀ ਪੱਤਰ ਲਿਖਣ ਤੋਂ ਪਹਿਲਾਂ ਲੋਕ ਮੰਗਲਾਚਰਨ ਵਜੋਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਦੇ ਸਨ, ਆਪਣੇ ਇਸ਼ਟ ਨੂੰ ਯਾਦ ਕਰਦੇ ਸਨ। ਸੋ ਹੁਣ ਵੀ ਜੇਕਰ ਕਿਸੇ ਨੇ ਕਾਰਡ ਉੱਪਰ ਗੁਰਬਾਣੀ ਦੀ ਪੰਕਤੀ ਲਿਖਣੀ ਹੈ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਪਹਿਲੀ ਗੱਲ, ਗੁਰਬਾਣੀ ਸ਼ੁੱਧ ਹੋਵੇ। ਦੂਸਰਾ, ਪ੍ਰਕਰਨ ਅਨੁਸਾਰ ਗੁਰਬਾਣੀ ਦੀ ਪੰਕਤੀ ਢੁਕਵੀਂ ਹੋਵੇ। ਤੀਸਰਾ, ਵਰਤੋਂ ਤੋਂ ਬਾਅਦ ਇਹਨਾਂ ਕਾਰਡਾਂ ਨੂੰ ਕੂੜੇ ਵਿੱਚ ਨਾ ਸੁੱਟਿਆ ਜਾਵੇ, ਇਹਨਾਂ ਨੂੰ ਸੰਭਾਲ ਕੇ ਇੱਕ ਥਾਂ ਰੱਖ ਲਿਆ ਜਾਵੇ। ਜਦੋਂ ਵੀ ਟਾਈਮ ਮਿਲੇ ਇਹਨਾਂ ਦਾ ਸੰਸਕਾਰ ਕਰ ਦਿੱਤਾ ਜਾਵੇ। ਜਿਸ ਸਿੱਖ ਫੁਲਵਾੜੀ ਮੈਗਜ਼ੀਨ ਵਿੱਚ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਮੈਗਜ਼ੀਨ ਨੂੰ ਰੱਦੀ ਵਿੱਚ ਨਾ ਵੇਚਿਆ ਜਾਵੇ, ਪੜ੍ਹਨ ਲਈ ਅੱਗੇ ਕਿਸੇ ਹੋਰ ਨੂੰ ਦਿੱਤਾ ਜਾਵੇ। ਜੀ, ਮੈਂ ਕੱਲ ਹੀ ਇੱਕ ਵਿਆਹ ਦੇ ਵਿੱਚ ਗਿਆ ਸੀ। ਵਿਆਹ ਦਾ ਕਾਰਡ ਮੈਂ ਗਰੁੱਪ ਵਿੱਚ ਪਾ ਦਿੱਤਾ ਹੈ ਜੀ। ਕਾਰਡ ਬਿਲਕੁਲ ਸਿੰਪਲ ਹੈ, ਵਿਆਹ ਵੀ ਬਿਲਕੁਲ ਸਾਦਾ। ਲੇਡੀ ਸੰਗੀਤ ਦੀ ਥਾਂ ਤੇ ਕੀਰਤਨ ਸਮਾਗਮ, ਨਾ ਕੋਈ ਬੈਂਡ ਬਾਜਾ, ਨਾ ਕੋਈ ਰਿਸੈਪਸ਼ਨ। ਗੁਰਦੁਆਰਾ ਸਾਹਿਬ ਵਿੱਚ ਹੀ ਸਾਰਾ ਵਿਆਹ ਦਾ ਪ੍ਰੋਗਰਾਮ ਹੋਇਆ ਜੀ, ਗੁਰਮਰਿਆਦਾ ਅਨੁਸਾਰ ਹੀ ਹੋਇਆ। ਸੋ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ ਵੀ ਅਸੀਂ ਆਪਣੇ ਵਿਆਹ ਕਿੱਦਾਂ ਕਰਨੇ ਹਨ, ਤੇ ਕਾਰਡਾਂ ਦੇ ਉੱਪਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਵੀ ਗੁਰਬਾਣੀ ਦੀ ਪੰਕਤੀ ਨਾ ਲਿਖੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜਗੀਰ ਸਿੰਘ ਜੀ ਨੇ ਆਪ ਜੀ ਨੂੰ ਇਹਦੇ ਬਾਰੇ ਦੱਸਿਆ। ਮੈਂ ਬੇਨਤੀ ਕਰਦੇ ਹਾਂ ਵੀ ਇਹ ਇੱਕ ਬੜਾ ਕੰਪਲੈਕਸ ਵਿਸ਼ਾ ਹੈ ਵੀ ਗੁਰਬਾਣੀ ਦੀ ਤੁਕ ਜਿਹੜੀ ਲਿਖੀ ਜਾਏ ਨਾ ਲਿਖੀ ਜਾਏ। ਉਹਨਾਂ ਦੀ ਸੁਜੈਸ਼ਨ ਠੀਕ ਹੈ ਕਿ ਜਿਹੜੀ ਹੈ ਵਾਹ ਲੱਗਦੇ ਇਸ ਨਾ ਹੋਵੇ ਕਿ ਉਹ ਜਿਹੜੇ ਕਾਰਡ ਨੇ ਉਹਨਾਂ ਨੂੰ ਪ੍ਰੋਪਰ ਡਿਸਪੋਜ਼ ਕੀਤਾ ਜਾਏ, ਕੂੜੇ 'ਚ ਨਾ ਸੁੱਟੇ ਜਾਣ। ਇਹ ਉਹਨਾਂ ਦੀ ਇੱਕ ਹੈਲਦੀ ਸੁਜੈਸ਼ਨ। ਪਰ ਉਂਝ ਮੈਂ ਬੇਨਤੀ ਕਰਦੇ ਹਾਂ ਬਈ ਵਿਆਹਾਂ 'ਤੇ ਲੋਕੀ ਅਣਗਿਣਤ ਕਾਰਡ ਛਪਾਉਂਦੇ ਨੇ, ਪਰ ਉਹ ਜਿਹੜੇ ਕਾਰਡ ਨੇ ਉਹ ਪਤਾ ਨਹੀਂ ਕਿਹਨਾਂ ਕਿਹਨਾਂ ਦੇ ਹੱਥਾਂ ਜਾਣੇ। ਜ਼ਰੂਰੀ ਨਹੀਂ ਵੀ ਕਾਰਡ ਉਹਨਾਂ ਦੇ ਹੱਥਾਂ ਜਾਣੇ ਜਿਹੜੇ ਗੁਰਬਾਣੀ ਦਾ ਸਤਿਕਾਰ ਕਰਦੇ ਹਨ ਜਾਂ ਗੁਰਬਾਣੀ ਨੂੰ ਸਮਝਦੇ ਹਨ ਜਾਂ ਗੁਰਬਾਣੀ ਪੜ੍ਹਦੇ ਹਨ। ਕਾਰਡ ਜਿਹੜੇ ਨੇ ਦੋਸਤਾਂ ਮਿੱਤਰਾਂ ਨੂੰ ਔਰ ਕਈ ਥਾਂ ਤੇ ਦਿੱਤੇ ਜਾਂਦੇ ਨੇ, ਤਾਂ ਕਿਹਨਾਂ ਦੇ ਹੱਥਾਂ ਜਾਣਾ ਇਹ ਕੋਈ ਪਤਾ ਨਹੀਂ। ਇਸ ਕਰਕੇ ਇਹ ਜਿਹੜੀ ਹੈਗੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਡਿਸਪੋਜ਼ ਕੀਤਾ ਜਾਏ, ਇਹ ਮੇਰਾ ਖਿਆਲ ਆ ਵੀ ਜਿਹੜਾ ਵੀ ਕਾਰਡ ਵੰਡਣ ਵਾਲਾ ਇਹ ਉਹਦੇ ਵੱਸ ਦੀ ਗੱਲ ਨਹੀਂ। ਤੋ ਇਹ ਇੱਕ ਇਸੇ ਨੇ ਮੈਂ ਇਹਨੂੰ ਕੰਪਲੈਕਸ ਪ੍ਰੋਬਲਮ ਦਾ ਨਾਮ ਦਿੱਤਾ। ਤੋ ਬਾਕੀ ਗੱਲ ਹੈ ਵੀ ਲਿਖੇ ਜਾਣ ਜਾਂ ਨਾ ਲਿਖੇ ਜਾਣ, ਇੰਨੇ ਕੁ ਜ਼ਰੂਰ ਖਿਆਲ ਰੱਖਿਆ ਜਾਏ ਕਿ ਜੇ ਉਹਨਾਂ ਨੇ ਬੜਾ ਵਧੀਆ ਕਿਹਾ ਕਿ ਗੁਰਬਾਣੀ ਜਿਹੜੀ ਲਿਖੀ ਜਾਏ ਉਹ ਬਿਲਕੁਲ ਸ਼ੁੱਧ ਹੋਣੀ ਚਾਹੀਦੀ ਹੈ। ਇੱਕ ਜਿਹੜਾ ਹੋਰ ਟ੍ਰੈਂਡ ਹੈ ਕਿ ਕੋਲੋਂ ਹੀ ਤੁਕਾਂ ਬਣਾ ਕੇ ਲਿਖ ਦੇਣੀਆਂ, ਜਿਵੇਂ ਇੱਕ ਆਮ ਅਸੀਂ ਪੰਜਾਬੀ ਦੇ ਕਾਰਡਾਂ ਤੇ ਜਿਹੜੇ ਆਪਣੇ ਪੰਜਾਬੀ ਲੋਕ ਨੇ ਉਹਨਾਂ ਦੇ ਕਾਰਡ ਜਿਹੜੇ ਨੇ ਭਾਵੇਂ ਪੰਜਾਬੀ 'ਚ ਹੋਣ, ਇੰਗਲਿਸ਼ 'ਚ ਹੋਣ, ਕਿਸੇ 'ਚ ਹੋਣ, ਇੱਕ ਤੁਕ ਜਿਵੇਂ ਕਈ ਲਿਖੀਆਂ ਵਿੱਚ ਇੱਕ ਤੁਕ ਮੈਨੂੰ ਯਾਦ ਆ ਰਹੀ ਹੈ, ਆਮ ਤੌਰ 'ਤੇ ਲਿਖੀ ਸਤਿਗੁਰ ਦਾਤੇ ਕਾਜ ਰਚਾਇਆ। ਹੁਣ ਇਹ ਕੋਈ ਗੁਰਬਾਣੀ ਦੀ ਤੁਕ ਨਹੀਂ। ਤੋ ਇਹ ਲੱਗਦਾ ਇੰਝ ਹੈ ਉਹ ਮਤਲਬ ਵੀ ਜਿਵੇਂ ਕਿ ਗੁਰਬਾਣੀ ਦੀ ਤੁਕ ਹੋਵੇ। ਤੋ ਜਿਹੜੇ ਪ੍ਰਿੰਟਰਸ ਨੇ ਉਹਨਾਂ ਨੂੰ ਵੀ ਆਪਾਂ ਕੀ ਕੰਟਰੋਲ ਕਰ ਸਕਦੇ, ਕਿਉਂ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਵੀ ਕਾਰਡ ਪੜ੍ਹਨ ਵਾਲੇ ਕਈ ਡਾਈਵਰਸ ਮਤਲਬ ਕਮਿਊਨਿਟੀਜ਼ ਹੋ ਸਕਦੇ ਨੇ, ਤੇ ਪ੍ਰਿੰਟਰ ਵੀ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ ਹੋ ਸਕਦੇ ਨੇ। ਤੋ
ਜਿਹੜੀ ਸਾਡੇ ਲਈ ਪ੍ਰਤੀ ਜ਼ਰੂਰੀ ਜ਼ਿੰਮੇਵਾਰੀ ਉਹ ਹੈ ਕਿ ਅਸੀਂ ਇਹ ਜ਼ਰੂਰ ਖਿਆਲ ਕਰੀਏ ਵੀ ਕੱਚੀ ਬਾਣੀ ਨਹੀਂ ਹੋਣੀ ਚਾਹੀਦੀ। ਬਾਕੀ ਮੈਂ ਕੋਈ ਰਿਕਮੈਂਡ ਨਹੀਂ ਕਰ ਰਿਹਾ ਵੀ ਬਾਣੀ ਜ਼ਰੂਰ ਲਿਖੋ, ਜੇ ਅਵੋਇਡ ਹੋ ਸਕੇ ਤਾਂ ਵਧੀਆ ਗੱਲ ਹੈ, ਪਰ ਜੇ ਲਿਖਣੀ ਵੀ ਹੈ ਤਾਂ ਪਹਿਲੀ ਗੱਲ ਤਾਂ ਕੱਚੀ ਬਾਣੀ ਨਹੀਂ ਲਿਖਣੀ ਚਾਹੀਦੀ, ਉਹਦੇ ਬਾਰੇ ਸਾਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ। ਤੇ ਅਗਲੀ ਗੱਲ ਆ ਗਈ ਬਾਣੀ ਦਾ ਸਤਿਕਾਰ ਜਿਹੜਾ, ਇਹ ਠੀਕ ਹੈ ਅਸੀਂ ਹਰ ਪ੍ਰਕਾਰ ਸਤਿਕਾਰ ਕਰਨਾ, ਪਰ ਆਓ ਘੱਟੋ ਘੱਟ ਅਸੀਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਹਾਂ ਉਹ ਗੁਰਬਾਣੀ ਦਾ ਸਤਿਕਾਰ, ਗੁਰਬਾਣੀ ਨੂੰ ਸਮਝਣਾ ਔਰ ਉਹਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਘਟਾਉਣਾ ਜਿਹੜਾ ਉਹ ਅਸਲ ਸਤਿਕਾਰ ਹੈ, ਉਹ ਕਰੀਏ। ਬਾਕੀ ਇਹ ਜਿਹੜੀ ਦੁਨੀਆਦਾਰੀ ਦੀਆਂ ਗੱਲਾਂ ਨੇ ਇਹਨਾਂ ਬਾਰੇ ਜਿੰਨੀ ਅਸੀਂ ਸਾਵਧਾਨੀ ਵਰਤ ਸਕੀਏ ਚੰਗੀ ਗੱਲ ਹੈ, ਪਰ ਇਹਨਾਂ ਨੂੰ ਪੂਰੀ ਤਰ੍ਹਾਂ ਜੇ ਬੰਦ ਕੀਤਾ ਜਾਏ ਉਹ ਮੇਰਾ ਖਿਆਲ ਹੈ ਕਿਸੇ ਆਮ ਦੇ ਵੱਸ ਨਹੀਂ ਹੈ। ਹਾਂ, ਕੱਲ ਨੂੰ ਕੋਈ ਕੌਮ ਕੋਈ ਐਸਾ ਫੈਸਲਾ ਲੈਂਦੀ ਹੈ ਤੇ ਕੌਮੀਅਤ ਤੌਰ ਤੇ ਉਹਦਾ ਇੱਕ ਹੁਕਮਨਾਮਾ ਜਾਰੀ ਹੁੰਦਾ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਅੱਜ ਦੀ ਤਰੀਕ ਵਿੱਚ ਜਿਸ ਤਰ੍ਹਾਂ ਚੱਲ ਰਿਹਾ ਉਹਦੇ 'ਚ ਇਹ ਜਿਹੜੀ ਸਮੱਸਿਆ ਹੈਗੀ ਹੈ ਇਹ ਹਰੇਕ ਦੀ ਵਿਅਕਤੀਗਤ ਹੈ, ਇੰਡੀਵਿਜੂਅਲ ਹੈ ਕਿ ਮੈਂ ਕੀ ਕਰਨਾ ਤੁਸੀਂ ਕਰਨਾ ਹੈ। ਹਾਂ, ਉਹਦੇ ਲਈ ਜ਼ਰੂਰ ਹੈ, ਮੈਂ ਫਿਰ ਰਿਪੀਟ ਕਰ ਰਿਹਾ ਕਿ ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ ਉਹ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਣ। ਤਾਂ ਵੀਰ ਜਗੀਰ ਸਿੰਘ ਜੀ ਆਪ ਜੀ ਦਾ ਧੰਨਵਾਦ ਹੈ ਜੀ। ਤੋ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਤੋ ਅਗਲਾ ਜਿਹੜਾ ਸਵਾਲ ਹੈ ਉਹ ਵੀ ਕਿਉਂਕਿ ਹੁਣ ਆਨੰਦ ਕਾਰਜ ਦੀ ਗੱਲ ਚੱਲ ਰਹੀ ਹੈ, ਕਾਰਡਾਂ ਦੀ ਗੱਲ ਆ ਗਈ ਹੈ ਤੇ ਕਾਰਡ ਤੋਂ ਬਾਅਦ ਕਈ ਸੈਰੇਮਨੀਜ਼ ਚੱਲਦੀਆਂ। ਹਾਲਾਂਕਿ ਸਿੱਖ ਰਹਿਤ ਵਰੈਤ ਅਨੁਸਾਰ ਜਿਹੜੀਆਂ ਸੈਰੇਮਨੀ ਉਹ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ ਕਿ ਆਨੰਦ ਕਾਰਜ ਕਿਵੇਂ ਕਰਨਾ, ਪਰੰਤੂ ਕਿਉਂਕਿ ਅਸੀਂ ਜਿਸ ਸੰਸਾਰ 'ਚ ਰਹਿ ਰਹੇ ਹਾਂ ਤੇ ਸਾਡੇ ਤੇ ਆਲੇ ਦੁਆਲੇ ਦਾ ਪ੍ਰਭਾਵ ਬਹੁਤ ਹੈ ਔਰ ਸਾਡੇ ਮਨਾਂ 'ਚ ਹੀ ਹੁੰਦਾ ਵੀ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਕਰੀਏ, ਤਾਂ ਕਈ ਸੈਰੇਮਨੀਜ਼ ਜਿਹੜੀਆਂ ਨੇ ਚੱਲ ਪਈਆਂ ਨੇ। ਉਹਨਾਂ 'ਚੋਂ ਇੱਕ ਸੈਰੇਮਨੀ ਹੈ ਇਹ ਹੈ ਜਿਹੜੀ ਬੜੀ ਪ੍ਰਚਲਿਤ ਹੈ ਜੀ, ਰਿੰਗ ਸੈਰੇਮਨੀ। ਇਹ ਰਿੰਗ ਸੈਰੇਮਨੀ ਕੀ ਹੈ, ਮੈਂ ਵੀਰ ਤਜਿੰਦਰ ਸਿੰਘ ਨੂੰ ਬੇਨਤੀ ਕਰ ਰਿਹਾ ਕਿ ਉਹ ਕਿਰਪਾ ਕਰੋ ਤੇ ਇਹ ਸਾਨੂੰ ਦੱਸੋ ਵੀ ਜਿਹੜੀ ਰਿੰਗ ਸੈਰੇਮਨੀ ਹੈ ਹੁੰਦੀ ਕੀ ਹੈ ਤੇ ਆਇਆ ਅਸੀਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਇਹਨਾਂ ਨੂੰ ਇਹ ਰਿੰਗ ਸੈਰੇਮਨੀ ਕਰਨੀ ਚਾਹੀਦੀ ਹੈ, ਨਹੀਂ ਕਰਨੀ ਚਾਹੀਦੀ। ਵੀਰ ਤਜਿੰਦਰ ਸਿੰਘ जी का खालसा वाहिगुरू जी की ਵਾਹਿਗੁਰੂ फतेह। ਜੀ ਕੀ आप जी ने जो सवाल पूछा है बड़ा आजकल कॉमन हो रहा है, क्योंकि ਜਿਹੜੇ ਹੈ ਨਾ ਕਿ ਦੇਖਾ ਦੇਖੀ ਸਭ ਕਰੇ ਮਨਮੁਖ ਜਿਹੜਾ ਹੈ ਉਹ ਬੂਝ ਨਾ ਪਾਏ। ਉਹ ਬਿਨਾ ਬੁੱਝੇ ਹੋਏ ਕਈ ਕੰਮ ਐਸੇ ਜਿਹੜੇ ਦੂਸਰੇ ਧਰਮਾਂ ਵਾਲੇ ਕਰਦੇ ਹਨ ਉਹਨਾਂ ਨੂੰ ਅਸੀਂ ਕਾਪੀ ਕਰਨਾ, ਮਤਲਬ ਅਸੀਂ ਕਾਪੀ ਕੈਟ ਬਣ ਗਏ ਹਾਂ ਕਿ ਜੋ ਉਹ ਗੱਲ ਕਰਦੇ ਨੇ ਅਸੀਂ ਦੇਖਿਆ ਵੀ ਉਹ ਉਸ ਦੇ ਵਿੱਚ ਉਹ ਬੜੀ ਹੈਪੀ ਮਹਿਸੂਸ ਕਰ ਰਹੇ ਨੇ ਲੜਕਾ ਲੜਕੀ, ਅਸੀਂ ਵੀ ਉਹਨੂੰ ਬਿਲਕੁਲ ਉਸ ਤਰ੍ਹਾਂ ਆਪਣੇ ਜਿਹੜਾ ਆਨੰਦ ਕਾਰਜ ਦਾ ਸਿਸਟਮ ਹੈ ਉਹਦੇ ਵਿੱਚ ਉਹਨੂੰ ਅਸੀਂ ਪਾ ਲਿਆ। ਜਿਵੇਂ ਜੈਮਾਲਾ ਹੈ, ਜੈਮਾਲਾ ਆਪਣੇ ਆਪ ਦੇ ਵਿੱਚ ਜਿਹੜਾ ਅਲੱਗ ਵਿਆਹ ਮੰਨਿਆ ਜਾਂਦਾ ਹੈ ਸਨਾਤਨੀ ਜਿਹੜੇ ਸਾਡੇ ਵੀਰ ਹਨ ਉਹਨਾਂ ਵੱਲੋਂ। ਔਰ ਇਸ ਤਰ੍ਹਾਂ ਹੀ ਜਿਹੜੀ ਰਿੰਗ ਸੈਰੇਮਨੀ ਹੈ, ਰਿੰਗ ਸੈਰੇਮਨੀ ਜਿਹੜੇ ਸਾਡੇ ਕ੍ਰਿਸਚੀਅਨ ਵੀਰ ਹਨ ਉਹ ਚਰਚ ਵਿੱਚ ਜਾ ਕਰਕੇ ਇੱਕ ਮੈਰਿਜ ਦਾ ਪਾਰਟ ਹੈਗਾ ਉਸ ਜਿਹੜੀ ਰਿੰਗ ਸੈਰੇਮਨੀ ਹੈ। ਲੜਕਾ ਲੜਕੀ ਨੂੰ ਜਿਹੜੇ ਉਹ ਰਿੰਗ ਐਕਸਚੇਂਜ ਕਰਦੇ ਹਨ ਔਰ ਫਿਰ ਉਹਨਾਂ ਦੀ ਜਿਹੜੀ ਫਾਦਰ ਉੱਥੇ ਦਾ ਚਰਚ ਵਿੱਚ ਉਹ ਆਪਣੇ ਬਾਈਬਲ ਦੇ ਵਿੱਚੋਂ ਉਹਨਾਂ ਨੂੰ ਸੁਣਾ ਕਰਕੇ, ਜਿਵੇਂ ਅਸੀਂ ਲਾਵਾਂ ਪੜ੍ਹਨੇ ਆ ਇਸ ਤਰ੍ਹਾਂ ਉਹ ਉਹਦੇ ਵਿੱਚੋਂ ਬਾਈਬਲ ਤੋਂ ਕੋਟੇਸ਼ਨ ਪੜ੍ਹ ਕੇ ਉਹਨਾਂ ਦੀ ਮੈਰਿਜ ਨੂੰ ਜਿਹੜਾ ਸੋਲਮਨਾਈਜ਼ ਕਰਦਾ ਹੈ। ਤੇ ਕਿਉਂਕਿ ਇਹ ਸਾਡੇ ਆਪਣੇ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ। ਮੈਂ ਰੈਲੇਵੈਂਟ ਪੋਰਸ਼ਨ ਆਨੰਦ ਕਾਰਜ ਜਿਹੜਾ ਸਾਡਾ ਸਿੱਖ ਰਹਿਤ ਮਰਿਆਦਾ ਵਿੱਚ ਹੈ ਉਸ ਦੇ ਵਿੱਚੋਂ ਜਿਹੜਾ ਰੈਲੇਵੈਂਟ ਪੋਰਸ਼ਨ ਹੈ ਮੈਂ ਆਪ ਜੀ ਨਾਲ ਸਾਂਝਾ ਕਰਦਾ। ਇਹਦਾ ਜਿਹੜਾ ਪਾਰਟ ਹੈ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ, ਜਿਹੜੀ ਹੈ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ। ਸੱਸਾ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ। ਅਗਲਾ ਜਿਹੜਾ ਪੁਆਇੰਟ ਹੈ, ਜਦ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ ਆਨੰਦ ਪੜਾਇਆ ਜਾਵੇ। ਹੁਣ ਕੱਕਾ ਜਿਹੜਾ ਅਕਸ਼ਰ ਹੈ ਉਹ ਬੜਾ ਰੈਲੇਵੈਂਟ ਹੈ ਸਾਡੇ ਵਾਸਤੇ। ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕਿਰਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਤੋ ਇਹ ਸਾਡੇ ਵਾਸਤੇ ਬੜੀ ਇੰਪੋਰਟੈਂਟ ਚੀਜ਼ ਹੈ ਕਿ ਸਾਨੂੰ
ਆਨੰਦ ਤੋਂ ਬਗੈਰ ਕੋਈ ਹੋਰ ਰਸਮ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈ, ਸਾਨੂੰ ਸਿੱਖ ਰਹਿਤ ਮਰਦਾ ਸਮਝਾਉਂਦੀ ਹੈ। ਪਰ ਜਿਵੇਂ ਗੁਰਬਾਣੀ ਵਿੱਚ ਆਉਂਦਾ ਜੇ ਕਾ ਪਾਰ ਵਸਾਏ, ਤੇ ਜੇ ਤੱਕ ਤੁਹਾਡੀ ਚੱਲਦੀ ਹੈ ਉਸ ਹਿਸਾਬ ਨਾਲ ਤੁਹਾਡੇ ਵੱਸ ਵਿੱਚ ਹੈ, ਲੇਕਿਨ ਜੇਕਰ ਕਰਨੀ ਵੀ ਪਵੇ ਤਾਂ ਉਹ ਲੜਕੇ ਔਰ ਲੜਕੀ ਵਾਲੇ ਆਪਸ ਵਿੱਚ ਤੈਅ ਕਰਕੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾਂ ਸੋਚ ਕੇ ਇੱਕ ਕਿਰਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਨਾ ਤਾਂ ਇਹਦੇ ਚ ਰਿੰਗ ਸੈਰੇਮਨੀ ਦਾ ਕੁਝ ਪੋਜੀਸ਼ਨ ਹੈ, ਪ੍ਰੋਵੀਜ਼ਨ ਹੈ, ਤੇ ਨਾ ਹੀ ਕਿਸੇ ਹੋਰ ਤਰੀਕੇ ਦੇ ਨਾਲ ਕੋਈ ਜਿਹੜਾ ਗਲੇ ਦੇ ਵਿੱਚ ਜੈਮਾਲਾ ਪਾਣੀ ਹੈ ਉਹਦਾ ਕੁਝ ਜਿਹੜਾ ਉਹ ਨਹੀਂ ਹੈ। ਬਾਕੀ ਗੱਲ ਹੋਰ ਬੜੀ ਇੰਪੋਰਟੈਂਟ ਹੈ, ਕਿਉਂਕਿ ਆਨੰਦਕਾਰੀ ਦੀ ਗੱਲ ਹੋ ਰਹੀ ਹੈ, ਉਹ ਹੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿ ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆ ਕੋਈ ਥਿਤਵਾਰ, ਜਿਵੇਂ ਪੰਡਤ ਤੋਂ ਪੁੱਛਿਆ ਜਾਂਦਾ ਵੀ ਕਿਹੜੇ ਦਿਨ ਅਸੀਂ ਆਨੰਦਕਾਰੀ ਕਰਨਾ ਹੈ, ਜਾਂ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪਤਰੀ ਵਾਚਨਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦੇਸੇ ਨੀਅਤ ਕਰ ਲੈਣਾ ਚਾਹੀਦਾ। ਹੁਣ ਸਾਡੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਲਾੜਾ ਹੈ ਜਦੋਂ ਉਹਦੇ ਘੋੜੀ ਤੇ ਬਹਿੰਦਾ ਹੈ ਤੇ ਉਹਨੂੰ ਸਿਹਰਾ ਮੁਕਟ ਜਾਂ ਗਾਨਾ ਬੰਨਿਆ ਜਾਂਦਾ ਹੈ, ਉਹਦੇ ਹੱਥ ਦੇ ਉੱਪਰ ਕਿੰਨੇ ਫੇਰ ਦਿੱਤੇ ਜਾਂਦੇ ਨੇ ਉਹਦੇ ਮੌਲੀ ਦੇ, ਫਿਰ ਪਿੱਤਰ ਪੂਜੇ ਜਾਂਦੇ ਨੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਡੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ। ਇਹ ਚੀਜ਼ਾਂ ਵੀਰ ਜੀ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਕਿ ਜਿਹੜੇ ਅੱਜ ਕੱਲ੍ਹ ਪੈਲੇਸਿਸ ਦੇ ਵਿੱਚ ਵਿਆਹ ਹੁੰਦੇ ਨੇ ਉੱਥੇ ਸਾਰੀ ਚੀਜ਼ ਬੜੀ ਹੁੰਦੀ ਹੈ, ਨਾਚੀਆਂ ਵੀ ਉੱਥੇ ਆਉਂਦੀਆਂ, ਨੱਚਣ ਵਾਲੇ ਵੀ ਆਉਂਦੇ ਨੇ, ਭੰਗੜੇ ਵੀ ਪੈਂਦੇ ਨੇ, ਹੋਰ ਵੀ ਜੋ ਹਾਸਾ ਠੱਠਾ ਜਿਹੜਾ ਹੈ ਉਹ ਉੱਥੇ ਹੁੰਦਾ ਹੈ। ਤੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੋ ਸਿੱਖ ਰਿਆਤ ਮਰਾਦਾ ਹੈ, ਇਹ ਸਾਡਾ ਕੋਡ ਆਫ ਕੰਡਕਟ ਹੈ ਕਿ ਸਿੱਖ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੋ ਇਹ ਵੀਰ ਜੀ ਨੇ ਇਸ ਨੂੰ ਸਕਰੀਨ ਤੇ ਸ਼ੇਅਰ ਕੀਤਾ ਹੈ, ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਔਰ ਉਸ ਤੋਂ ਅੱਗੇ ਹੈ ਕਿ ਜਿਹੜਾ ਸਿਹਰਾ ਮੁਕੜ ਮੈਂ ਪੜਿਆ ਕਿ ਜਿਤਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ, ਦੋਵੇਂ ਪਾਸੇ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਗਜਾਈ ਜਾਏ। ਵਿਆਹ ਵੇਲੇ ਮੈਂ ਇੱਕ ਗੱਲ ਦੱਸਾਂ, ਮੈਨੂੰ ਪਿੱਛੇ ਜਿਹੀ ਗੱਲ ਆਈ ਕਿ ਸਾਡੇ ਇੱਥੇ ਭਾਈ ਸਾਹਿਬ ਸਨ ਗੁਰਦੁਆਰਾ ਸਾਹਿਬ ਦੇ, ਉਹਨਾਂ ਦੀ ਪਿੱਛੇ ਕੋਈ ਡੈਥ ਹੋ ਗਈ ਹੈ 7-8 ਸਾਲ ਪਹਿਲੇ। ਉਹਨਾਂ ਦੀ ਲੜਕੀ ਦਾ ਆਨੰਦ ਕਾਰਜ ਸੀਗਾ ਤੇ ਇੱਥੇ ਰਾਜਾ ਗਾਰਡਨ, ਜਿਵੇਂ ਸਰ ਰਾਜਾ ਸਿੰਘ ਦਾ ਨਾਂ ਹੈ ਤੇ ਇੱਕ ਰਾਜਾ ਗਾਰਡਨ ਵੀ ਹੈ, ਉੱਥੇ ਉਹਨਾਂ ਨੇ ਵੱਡਾ ਟੈਂਟ ਲਗਾ ਕਰਕੇ ਤੇ ਉੱਥੇ ਉਹਨਾਂ ਨੇ ਉਹ ਕੀਤਾ, ਫੰਕਸ਼ਨ ਕੀਤਾ। ਲੜਕੇ ਵਾਲੇ ਜਦੋਂ ਉਹ ਬੱਗੀ ਬੁੱਗੀ ਚ ਲੈ ਕੇ ਆਏ ਲੜਕੇ ਨੂੰ ਤੇ ਉੱਥੇ ਲਿਆ ਕਰਕੇ ਉਹਨਾਂ ਨੇ ਜਿਹੜੇ ਲੜਕੀ ਵਾਲੇ ਸਨ ਕਹਿੰਦੇ ਵੀ ਆਓ ਮਿਲਣੀ ਕਰ ਲਈਏ। ਉਹ ਕਹਿੰਦੇ ਜੀ ਮਿਲਣੀ ਦੀ ਕੀ ਲੋੜ ਹੈ, ਅਸੀਂ ਤੇ ਮਿਲੇ ਹੋਏ ਹਾਂ ਆਪਸ ਦੇ ਵਿੱਚ ਤੇ ਸਾਨੂੰ ਕੋਈ ਲੋੜ ਨਹੀਂ ਹੈਗੀ, ਆਪਾਂ ਸਿੱਧੇ ਦੇਖੋ ਕੋਈ ਉੱਥੇ ਚਾਹ ਪਾਣੀ ਪਕੌੜੇ ਆਮਲੇਟ ਵਗੈਰਾ ਕੁਝ ਉਹਨਾਂ ਨੇ ਨਹੀਂ ਖਾਧਾ, ਸਿੱਧਾ ਰਜੌਰੀ ਗਾਰਡਨ ਗੁਰਦੁਆਰਾ ਬਲਾਕ ਦੇ ਵਿੱਚ ਬੜੂ ਸਾਹਿਬ ਵਾਲੇ ਜਾ ਕੇ ਉਹਨਾਂ ਨੇ ਆਨੰਦ ਕਾਰਜ ਦੇ ਉੱਤੇ ਕੀਤਾ ਗੁਰਮਤਿ ਅਨੁਸਾਰ, ਤੇ ਫਿਰ ਲੜਕੀ ਲੜਕੇ ਨੂੰ ਉੱਥੇ ਟੈਂਟ ਵਿੱਚ ਲੈ ਕੇ ਗਏ। ਉੱਥੋਂ ਜੋ ਉਹਨਾਂ ਨੇ ਕਿਸੇ ਨੂੰ ਲੰਚ ਕਰਾਉਣਾ ਸੀਗਾ, ਜੋ ਬ੍ਰੇਕਫਾਸਟ ਕਰਾਉਣਾ ਸੀਗਾ, ਜੋ ਵੀ ਉਹਨਾਂ ਕੀਤਾ ਉਹਨੂੰ ਉੱਥੇ ਜਾ ਕੇ ਕੀਤਾ। ਲੇਕਿਨ ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਗੁਰੂ ਮਹਾਰਾਜ ਤੋਂ ਜਿਹੜਾ ਆਸ਼ੀਰਵਾਦ ਹੈ ਉਹ ਆਨੰਦ ਕਾਰਜ ਦਾ ਜਿਹੜਾ ਬਹੁਤ ਜ਼ਰੂਰੀ ਹੈ, ਤੇ ਉਹਨਾਂ ਨੇ ਆਨੰਦ ਕਾਰਜ ਲਿਆ। ਮੈਂ ਇਹ ਜ਼ਰੂਰੀ ਸਮਝਦਾ ਸੀਗਾ ਕਿ ਆਪ ਜੀ ਦੇ ਨਾਲ ਇਸ ਨੂੰ ਮੈਂ ਸ਼ੇਅਰ ਕਰਾਂ ਕਿ ਸਾਨੂੰ ਦ੍ਰਿੜਤਾ ਵਿਖਾਣੀ ਚਾਹੀਦੀ ਹੈ ਕਿ ਜੋ ਸਿੱਖ ਰਿਆਤ ਮਰਿਆਦਾ ਹੈ ਉਹਦੇ ਅਨੁਸਾਰ ਹੀ ਅਸੀਂ ਜਿਹੜਾ ਹੈ ਉਸ ਨੂੰ ਕਰੀਏ। ਤੇ ਵਿਆਹ ਜਿਹੜੇ ਹਨ ਇਹ ਪੈਲੇਸਿਸ ਵਿੱਚ ਨਹੀਂ ਹੋਣੇ ਚਾਹੀਦੇ, ਇਹ ਗੁਰਦੁਆਰਾ ਸਾਹਿਬ ਵਿੱਚ ਹੋਣੇ ਚਾਹੀਦੇ ਹਨ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਵਾਨ ਲੱਗਿਆ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੋਵੇ, ਉੱਥੇ ਸੰਗਤ ਜਾਂ ਰਾਗੀ ਕੀਰਤਨ ਕਰਦੇ ਹੋਣ, ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ, ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਸੰਗਤ ਦੀ ਆਗਿਆ ਲੈ ਕੇ ਆਨੰਦ ਪੜਾਉਣ ਵਾਲਾ ਸਿੱਖ ਮਰਦ ਜਾਂ ਇਸਤਰੀ ਲੜਕੇ ਲੜਕੀ ਦੇ ਉਹਨਾਂ ਦੇ ਮਾਪਿਆਂ ਜਾਂ ਸਰਬਰਾਹ ਨੂੰ ਖੜਾ ਕਰਕੇ ਆਨੰਦ ਦੇ ਆਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਸਥ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ। ਇਹ ਆਮ ਅਸੀਂ ਦੇਖਦੇ ਹਾਂ ਕਿ ਕਿਉਂਕਿ ਬਾਕੀ ਸਾਰਾ ਕੰਮ ਕਰਦੇ ਰਹਿਣਗੇ, ਬਾਹਰ ਨੱਚਦੇ ਟੱਪਦੇ ਰਹਿਣਗੇ ਕੁੜੀ ਵਾਲੇ ਦੇ ਘਰ ਜਾਣ ਤੋਂ ਪਹਿਲਾਂ ਜਾਂ ਟੈਂਟ ਤੇ ਪਹੁੰਚਣ ਤੋਂ ਪਹਿਲਾਂ, ਲੇਕਿਨ ਜਦੋਂ ਅੰਦਰ ਚਲੇ ਜਾਂਦੇ ਹਨ ਫਿਰ ਉਹਨਾਂ ਨੂੰ ਇੰਨੀ ਕਾਹਲੀ ਹੁੰਦੀ ਹੈ ਕਿ ਭਾਈ ਸਾਹਿਬ ਦੇ ਦੁਆਲੇ ਹੋਏ ਨੇ, ਭਾਈ ਸਾਹਿਬ ਜੀ ਜਲਦੀ ਕਰੋ ਜਲਦੀ ਕਰੋ ਜਲਦੀ ਕਰੋ, ਬਈ ਜਿਹੜੀ ਇਹਨੂੰ ਕੰਮ ਖਤਮ ਕਰਾਓ, ਅਸੀਂ ਖਾਣਾ ਪੀਣਾ, ਸਾਡਾ ਉਧਰ ਲੰਚ ਬਣਿਆ ਹੈ। ਉਹ ਉਪਦੇਸ਼ ਕਰਨ ਵਾਲਾ ਜਿਹੜਾ ਕੰਮ ਹੈ ਉਹ ਬਹੁਤ ਜ਼ਰੂਰੀ ਹੈ ਕਿ ਲੜਕੀ ਨੂੰ ਉਪਦੇਸ਼ ਦਿੱਤਾ ਜਾਏ, ਲੜਕੇ ਨੂੰ ਉਪਦੇਸ਼ ਦਿੱਤਾ ਜਾਏ
ਕਿ ਅੱਜ ਤੋਂ ਬਾਅਦ ਤੁਹਾਡੇ ਜਿਹੜੇ ਪੇਰੈਂਟਸ ਹਨ, ਜਿਹੜੇ ਦੂਜੀ ਦੇ ਜਿਹੜੇ ਉਹ ਧਰਮ ਦੇ ਪਿਤਾ ਬਣਦੇ ਨੇ, ਤੁਸੀਂ ਜਿੰਨਾ ਪਿਆਰ ਆਪਣੇ ਪਿਤਾ ਮਾਤਾ ਨੂੰ ਕਰਦੇ ਉਨਾ ਹੀ ਪਿਆਰ ਤੁਸੀਂ ਇਸ ਪਰਿਵਾਰ ਵਾਲਿਆਂ ਨੂੰ ਕਰਨਾ। ਸੋ ਇਹ ਦੱਸਣਾ ਬਹੁਤ ਜ਼ਰੂਰੀ ਹੈ। ਔਰ ਲਾਵਾਂ ਦੇ ਜਿਹੜੇ ਅਰਥ ਹਨ ਉਹ ਵੀ ਉਸ ਵੇਲੇ ਭਾਈ ਸਾਹਿਬ ਜੀ ਨੂੰ ਕਹਿ ਕਰਕੇ ਜਾਂ ਕੋਈ ਵਿਦਵਾਨ ਸਿੰਘ ਉੱਥੇ ਸੰਗਤ ਵੀ ਦੱਸੇ ਕਿ ਇਹਨਾਂ ਲਾਵਾਂ ਦਾ ਜਿਹੜਾ ਹੈ ਉਹ ਸਾਡੇ ਸ਼ਖਸ ਜਿਹੜਾ ਆਨੰਦ ਜੀਵਨ ਹੈ, ਜਿਹੜਾ ਸ਼ਾਦੀ ਦਾ ਜੀਵਨ ਹੈ, ਸ਼ਾਦੀ ਭਰਾ, ਉਹਦੇ ਨਾਲ ਸਾਡਾ ਕੀ ਸੰਬੰਧ ਹੈ। ਤੇ ਫਿਰ ਉਹ ਲੜਕੇ ਲੜਕੀ ਨੂੰ ਜਿਹੜੀ ਉਪਦੇਸ਼ ਕਰਨਾ ਹੈ, ਪਹਿਲਾਂ ਦੋਵਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿੱਚ ਸੂਈ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸੰਬੰਧ ਨੂੰ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ। तो फिर उस तो बाद लावां पढ़िया जान ते वो सारी डिटेल जिहड़ी है वो अगे सिख रहत मर्यादा विच है। तो मैं सारिਆਂ ਨੂੰ बेनती करांगा कि जिन्हां ने भी अपने गुरुद्वारे साहब भी सिख रहत मर्यादा हाली नहीं वंडी, ये फ्री मिलती है कि पैसे भी 10 15 20 रुपए देने पैण तो कोई गल नहीं है। इस नूं एक फौरी तौर के उपर एक सिख रैनेसेंस लहर के तौर के उपर इस सिख रहत मर्यादा नूं सारी संगत विच वंडना चाहिए है ते उन्हां नूं कहना चाहिए कि इहनूं अपने घर जाके तुसीं जरूर पढ़ना। तो आस है जिन्हां वीरां ने यह सवाल किया सी उन्होंने जवाब मिल गया होएगा। तो होइयां भुल्लां दी फतेह गलती दी भुल्ला मंगदा है फतेह खजाना। वाहिगुरू जी का खालसा, वाहिगुरू जी की फतेह। धन्नवाद वीर जी। सतजिंदर सिंह जी ने सिख रहत मर्यादा भी पढ़ के सानू बड़ा क्लीयर क्रिस्टल क्लीयर गल्लां दसियां भी सिख ने करना की है। हुण जरा मन झाती पै रही है भी हो की रहा, जिस वेले करना की हो की रहा करांगे ना ਤੇ ਸਾਡਾ ਹਿਰਦਾ ਕੰਬਣਾ ਚਾਹੀਦਾ ਵੀ ਸਾਡੀ ਮਰਿਆਦਾ ਕੀ ਕਹਿੰਦੀ ਹੈ। ਪਰ ਸਮੱਸਿਆ ਉਹੀ ਆ ਗਈ ਜਿਹਦੇ ਮੈਂ ਸ਼ੁਰੂ 'ਚ ਕਹੀ ਹੈ ਕਿ ਸਾਡਾ ਜਿਹੜਾ ਆਲਾ ਦੁਆਲਾ ਹੈਗਾ ਉਹਦਾ ਅਸੀਂ ਪ੍ਰਭਾਵ ਜ਼ਿਆਦਾ ਕਬੂਲਦੇ, ਗੁਰਬਾਣੀ ਦਾ ਔਰ ਮਰਿਆਦਾ ਨੂੰ ਅਸੀਂ ਉਨਾ ਹੀ ਤਰਜੀਹ ਨਹੀਂ ਦਿੰਦੇ। ਅਸੀਂ ਲੋਕਾਚਾਰੀ ਨੂੰ, ਆਪਣਾ ਨੱਕ ਰੱਖਣ ਨੂੰ, ਜਾਂ ਇਹ ਜਿਹੜਾ ਫੈਸ਼ਨੇਬਲ ਦਾ ਕੰਪੀਟੀਸ਼ਨ ਹੈ ਫੈਸ਼ਨ ਦਾ, ਉਹਦੇ 'ਚ ਅਸੀਂ ਕਿਸੇ ਕੋਲੋਂ ਪਿੱਛੇ ਨਹੀਂ ਹੋਣਾ ਚਾਹੀਦਾ। ਤਾਂ ਮੈਂ ਤਾਂ ਇੱਕ ਵਾਰੀ ਬੇਨਤੀ ਕਰਾਂਗਾ ਕਿ ਜਿਵੇਂ ਹੁਣ ਵੀਰ ਜੀ ਨੇ ਦੱਸਿਆ ਕਿ ਮਰਿਆਦਾ ਜ਼ਰੂਰ ਘਰ 'ਚ ਰੱਖੋ, ਪੜ੍ਹੋ। ਔਰ ਆਨੰਦ ਕਾਰਜ ਦੀ ਇਹ ਜਿਹੜੀ ਚੈਪਟਰ ਹੈਗਾ, ਜਿਵੇਂ ਵੀਰ ਜੀ ਨੇ ਹੁਣ ਸਾਨੂੰ 2-4 ਮਿੰਟ 'ਚ ਪੜ੍ਹਤਾ, ਇਹ ਜ਼ਰੂਰ ਆਪਾਂ ਪੜ੍ਹ ਕੇ ਦੇਖੀਏ ਔਰ ਇਹਨੂੰ ਲਾਗੂ ਕਰੀਏ। ਮੈਂ ਤਾਂ ਇਹ ਚਾਹੁੰਦਾ ਕਿ ਅਸੀਂ ਐਸਾ ਹੋ ਜਾਏ ਕਿ ਜਿੰਨੇ ਸਿੱਖ ਪਰਿਵਾਰ ਨੇ ਉਹ ਇਸੇ ਤਰ੍ਹਾਂ ਜਿਹੜੇ ਵਿਆਹ ਨੇ ਜ਼ਿਆਦਾ ਮਤਲਬ ਵੀ ਪਸਾਰਿਆਂ ਦੀ ਥਾਂ 'ਤੇ ਇਹ ਸਾਦੇ ਜਿਹੇ ਵਿਆਹ ਕਰਨ। ਅਤੇ ਜਿਵੇਂ ਸਿੱਖਾਂ ਦੇ ਨਾਂ 'ਤੇ ਕੁਛ ਗੱਲਾਂ ਹੋਰ ਬੜੀਆਂ ਮਸ਼ਹੂਰ ਨੇ ਜੀ, ਵੀ ਲੰਗਰ ਲਾਉਂਦੇ ਨੇ ਜੀ, ਇਹ ਸੇਵਾ ਕਰਦੇ ਨੇ ਜੀ, ਜਿੱਥੇ ਮਰਜ਼ੀ ਆਫਤ ਆਵੇ ਪਹੁੰਚ ਜਾਂਦੇ ਨੇ ਜੀ। ਉੱਥੇ ਸਾਡੇ ਨਾਲ ਇਹ ਵੀ ਗੱਲ ਜੁੜ ਜਾਏ ਵੀ ਵਿਆਹ ਬੜੇ ਸਾਦੇ ਕਰਦੇ ਨੇ ਜੀ। ਜੇ ਇਹ ਕਿਤੇ ਆਪਾਂ ਸਾਡੇ 'ਚ ਇਹ ਆ ਜਾਏ ਨਾ ਜੀ ਬਈ ਅਸੀਂ ਸਾਦੇ ਵਿਆਹ ਕਰਕੇ ਵੀ ਮਸ਼ਹੂਰ ਹੋ ਜਾਈਏ, ਤੇ ਤੁਸੀਂ ਦੇਖੋ ਸਿੱਖੀ ਨੂੰ ਇੱਕ ਹੋਰ ਜਿਹੜੇ 4 ਚੰਨ ਨੇ ਉਹਦੇ 'ਚ ਇੱਕ ਚੰਨ ਹੋਰ ਵੀ ਐਡ ਹੋ ਜਾਏ। ਤਾਂ ਆਓ ਆਪਾਂ ਕੋਸ਼ਿਸ਼ ਕਰੀਏ, ਕੇਵਲ ਗੱਲਾਂ ਨਾ ਕਰੀਏ, ਆਪੋ ਆਪਣੇ ਘਰਾਂ ਵਿੱਚ। ਮੈਂ ਫੇਰ ਕਹਿਣਾ ਕਿ ਇਹ ਕੰਮ ਬੜਾ ਔਖਾ ਹੈ। ਆਪਣੀ ਜਨਰੇਸ਼ਨ ਤੱਕ ਤੇ ਚਲੋ ਸਤਿਗੁਰੂ ਨੇ ਕਿਰਪਾ ਕੀਤੀ, ਅਸੀਂ ਆਪਣੇ ਬੱਚਿਆਂ ਲਈ ਤੇ ਇਹ ਮਰਿਆਦਾ ਵਰਤ ਲਈ, ਪਰ ਅੱਗੋਂ ਵਰਤ ਸਕਾਂਗੇ ਕਿ ਨਹੀਂ, ਕਿਉਂਕਿ ਸਮੇਂ ਦੇ ਹਾਲਾਤ ਐਸੇ ਨੇ, ਇਹ ਸਾਨੂੰ ਬਹੁਤ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਹੈ ਤੇ ਇਸ ਪਾਸੇ ਆਪਾਂ ਚੱਲੀਏ। ਤੇ ਧੰਨਵਾਦ ਹੈ ਵੀਰ ਤਜਿੰਦਰ ਸਿੰਘ ਜੀ ਦਾ। ਔਰ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਜਿਹਨੇ ਸਾਡੇ ਪ੍ਰੋਗਰਾਮ ਇਹ ਮੰਡੇ ਟੂ ਸੈਟਰਡੇ ਇਸੇ ਸਮੇਂ ਹੁੰਦੇ ਨੇ, ਜਿਸ ਪਾਸਵਰਡ ਨਾਲ ਤੁਸੀਂ ਅੱਜ ਜੁੜੇ ਹੋ ਉਹੀ ਪਾਸਵਰਡ ਰਹਿੰਦਾ ਹੈ। ਤੋ ਇਹ ਜਿੰਨੇ ਪ੍ਰੋਗਰਾਮ ਨੇ ਉਸੇ ਦਿਨ ਹੀ ਇਹ ਸਰਜੀਤ ਸਿੰਘ ਜੀ ਨੂੰ ਅਪਲੋਡ ਕਰ ਦਿੰਦੇ ਨੇ YouTube 'ਤੇ। ਅਤੇ ਆਪ ਜੀ ਸਾਡਾ ਜੋ YouTube ਚੈਨਲ ਹੈ ਉਹ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਗੁਰਮਤਿ ਕਲਾਸ USA ਜਿਹੜੀ ਹੈ ਉਹਨੂੰ ਸਬਸਕ੍ਰਾਈਬ ਜੇ ਨਹੀਂ ਕਿਸੇ ਵੀਰ ਭੈਣ ਨੇ ਕੀਤਾ ਜ਼ਰੂਰ ਕਰੋ। ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਆਪੋ ਆਪਣੇ WhatsApp ਗਰੁੱਪ, Facebook ਗਰੁੱਪ ਜਾਂ ਜਿਹੜੇ ਵੀ ਤੁਹਾਡੇ ਹੋਰ ਇਹੋ ਜਿਹੇ ਸੋਸ਼ਲ ਗਰੁੱਪ ਨੇ ਉਹਨਾਂ ਵਿੱਚ ਕਿਰਪਾ ਕਰਕੇ ਪਾਓ। ਔਰ ਪਿੱਛੇ ਜੇ ਮੈਂ ਬੇਨਤੀ ਕੀਤੀ ਸੀ ਤੇ ਬੜਾ ਅੱਛਾ ਇੱਕ ਵੀਰ ਨੇ ਕਿਹਾ ਸੀ ਵੀ ਆਪੋ ਆਪਣੇ ਗੁਰਦੁਆਰਿਆਂ 'ਚ ਕਹੀਏ ਉੱਥੇ ਅਨਾਊਂਸ ਕਰਨ। ਇਹ ਵੀ ਆਪਾਂ ਇੱਕ ਉਪਰਾਲਾ ਕਰਨਾ ਤਾਂ ਜੇ ਇਹ ਜੋ ਉਦਮ ਸਤਿਗੁਰੂ ਦੀ ਕਿਰਪਾ ਨਾਲ ਤੀਸਰੇ ਸਾਲ ਚੱਲ ਰਿਹਾ, ਇਹਨੂੰ ਹੋਰ ਸੰਗਤ ਜਿਹੜੀ ਜੁੜੇ, ਜਿੰਨੀ ਸੰਗਤ ਜੁੜੇਗੀ, ਜਿੱਥੇ ਸਾਨੂੰ ਉਂਝ ਖੁਸ਼ੀ ਹੋਏਗੀ ਉੱਥੇ ਸਾਨੂੰ ਜਿੰਨੀ ਸੰਗਤ ਜੁੜਦੀ ਹੈ ਵੱਖ-ਵੱਖ ਤਰ੍ਹਾਂ ਦੇ ਆਈਡੀਆਜ਼ ਔਰ ਉਹਨਾਂ ਦੇ ਖਿਆਲ ਵਿਦਵਾਨਾਂ ਨਾਲ ਸਾਡੀ ਮੇਲ ਜੋਲ ਹੋਏਗਾ, ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਲਾਭ ਹੋਏਗਾ। ਇਹ ਮੇਰੀ ਬੇਨਤੀ ਪ੍ਰਵਾਨ ਕਰੋ। ਆਓ ਸੰਗਤ ਜੀ ਆਪਾਂ ਅਗਲਾ ਸਵਾਲ ਲਈਏ। ਅਗਲਾ ਸਵਾਲ ਜਿਹੜਾ ਹੈ ਇਹ ਸਰਦਾਰ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ ਭੇਜਿਆ ਤੇ ਸਵਾਲ ਜਿਹੜਾ ਹੈਗਾ ਇਹ ਥੋੜਾ ਲੰਬਾ ਹੈਗਾ। ਮੈਂ ਉਹ 'ਚ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਦੱਸਾਂਗਾ ਕਿ ਦਸਮ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਤੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਮਹਿਲਾ ਪਹਿਲੇ ਤੋਂ 9 ਤੱਕ ਅੰਕਿਤ ਹੈ। ਹਰ ਮਹੱਲਾ ਨਾਨਕ ਲਿਖਿਆ ਹੈ
ਕਿ ਸ਼ਰਧਾਲੂ ਸਿੱਖਾਂ ਨੇ ਗੁਰੂ ਸ਼ਬਦ ਪ੍ਰਚਲਿਤ ਕੀਤਾ ਹੈ। ਅਗਲੀ ਗੱਲ ਉਹਨਾਂ ਨੇ ਮਤਲਬ ਕਹੀ ਹੈ ਜਿਹੜੇ ਭਗਤ ਨੇ ਵੀ ਆਇਆ ਭਗਤਾਂ ਦੀ ਕੋਈ ਵੱਖਰੀ ਕੈਟਾਗਰੀ ਹੈ ਜਾਂ ਵੱਖਰਾ ਕੋਈ ਸਥਾਨ ਹੈ। ਇਹ ਮੈਂ ਜੋ ਪਹਿਲੇ ਬੇਨਤੀ ਕੀਤੀ ਹੈ, ਸਵਾਲ ਬੜਾ ਲੰਬਾ ਹੈਗਾ ਤੇ ਮੈਂ ਬੇਨਤੀ ਕਰਾਂਗਾ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਨੂੰ, ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਸਾਹਿਬ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ। ਜਿਵੇਂ ਕਿ ਵੀਰ ਜੀ ਨੇ ਕਿਹਾ, ਵੀਰ ਜੀ ਨੇ ਸਵਾਲ ਤਾਂ ਇੱਕੋ ਭੇਜਿਆ, ਪਰ ਇਹ ਸਵਾਲ ਅਸਲ ਵਿੱਚ ਇੱਕ ਨਹੀਂ ਹੈ। ਇਹਦੇ ਵਿੱਚ ਬਹੁਤ ਸਾਰੇ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਨੇ। ਦਾਸ ਕੋਸ਼ਿਸ਼ ਕਰੇਗਾ ਕਿ ਉਹਨਾਂ ਦੇ ਸਵਾਲ ਦੇ ਸਾਰੇ ਪੱਖਾਂ ਨੂੰ ਮੈਂ ਟੱਚ ਕਰਾਂ। ਤੋ ਪਹਿਲਾ ਤਾਂ ਸਵਾਲ ਉਹਨਾਂ ਨੇ ਗੁਰੂ ਤੇ ਭਗਤ, ਇਹ ਜੋ ਦੋ ਸ਼ਬਦ ਵਰਤੇ ਗਏ ਹਨ, ਉਹਨਾਂ ਦੇ ਬਾਰੇ ਇਹਨਾਂ ਨੇ ਫਰਕ ਦੀ ਗੱਲ ਕੀਤੀ ਹੈ। ਤੋ ਇਹ ਗੱਲ ਸਾਨੂੰ ਆਰੰਭ ਵਿੱਚ ਹੀ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਤੇ ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਅਸੀਂ ਇਸ ਨੂੰ 10 ਗੁਰੂ ਸਾਹਿਬ ਦੀ ਜਾਗਤੀ ਜੋਤ ਸਮਝ ਕੇ ਉਹਦੇ ਔਰ ਆਪਣੇ ਮੌਜੂਦਾ ਜੋ ਤਖਤ ਤੇ ਬਿਰਾਜਮਾਨ ਗੁਰੂ ਦੇ ਤੌਰ ਦੇ ਉੱਤੇ ਔਰ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ। ਤੋ ਇਸ ਦੇ ਵਿੱਚ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੀ ਨਾਲ ਹੀ ਮੱਥਾ ਟੇਕਦੇ ਹਾਂ ਤੇ ਭਗਤ ਸਾਹਿਬਾਨ ਤੇ ਗੁਰਸਿੱਖਾਂ ਨੂੰ ਵੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੈ, ਉਹਨਾਂ ਨੂੰ ਵੀ ਨਾਲ ਹੀ ਅਸੀਂ ਮੱਥਾ ਟੇਕਦੇ ਹਾਂ। ਸੋ ਸਤਿਕਾਰ ਦੇ ਪੱਖੋਂ ਸਿੱਖਾਂ ਵੱਲੋਂ ਕਿਸੇ ਕਿਸਮ ਦਾ ਵੀ ਕੋਈ ਭਿੰਨ ਭੇਦ ਨਹੀਂ ਕੀਤਾ ਜਾਂਦਾ। ਇਹ ਗੱਲ ਸਾਨੂੰ ਪਹਿਲਾਂ ਇੱਕ ਵਾਰੀ ਯਾਦ ਕਰ ਲੈਣੀ ਚਾਹੀਦੀ ਹੈ। ਅੱਗੋਂ ਆਪ ਜੀ ਨੇ ਪੁੱਛਿਆ ਕਿ ਕੀ ਭਗਤ ਸਾਹਿਬਾਨ ਵੇਲੇ ਗੁਰੂ ਸ਼ਬਦ ਪ੍ਰਚਲਿਤ ਨਹੀਂ ਸੀ, ਜਾਂ ਕੀ ਉਹਨਾਂ ਦੇ ਸਵਾਲ ਵਿੱਚ ਇਹ ਵੀ ਗੱਲ ਸਮਝ ਆਉਂਦੀ ਹੈ ਕਿ ਗੁਰੂ ਸ਼ਬਦ ਜਿਹੜਾ ਹੈ ਕਿ ਉਹ ਭਗਤ ਤੋਂ ਉੱਚੀ ਪਦਵੀ ਹੈ ਜਿਹੜੀ ਅਸੀਂ ਗੁਰੂ ਸਾਹਿਬਾਨ ਵਾਸਤੇ ਵਰਤਦੇ ਹਾਂ, ਤੇ ਭਗਤਾਂ ਵਾਸਤੇ ਅਸੀਂ ਭਗਤ ਵਰਤਦੇ ਹਾਂ ਤੇ ਗੁਰੂ ਕਿਉਂ ਨਹੀਂ ਵਰਤਦੇ। ਤਾਂ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਗੁਰੂ ਸ਼ਬਦ ਇੱਕ ਪੁਰਾਤਨ ਸ਼ਬਦ ਹੈ ਤੇ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਵੀ ਇਹ ਸ਼ਬਦ ਲਾਜ਼ਮੀ ਤੌਰ ਦੇ ਉੱਤੇ ਇਹ ਮੌਜੂਦ ਹੀ ਸੀਗਾ। ਔਰ ਅਸੀਂ ਇਹ ਮੰਨ ਸਕਦੇ ਹਾਂ ਕਿ ਘੱਟੋ ਘੱਟ ਕੁਝ ਕੁ ਭਗਤ ਸਾਹਿਬਾਨ ਦੇ ਪੈਰੋਕਾਰ ਉਹਨਾਂ ਦੇ ਲਈ ਇਹ ਸ਼ਬਦ ਜ਼ਰੂਰ ਵਰਤਦੇ ਹੋਣਗੇ, ਉਹਨਾਂ ਨੂੰ ਗੁਰੂ ਕਹਿੰਦੇ ਹੋਣਗੇ। ਪਰ ਇੱਥੇ ਨਾਲ ਹੀ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਸਨਾਤਨ ਸਮਾਜ ਦੇ ਵਿੱਚ ਗੁਰੂ ਦਾ ਦਰਜਾ ਆਮ ਤੌਰ ਦੇ ਉੱਤੇ ਇੱਕ ਪਰਿਵਾਰ ਦਾ, ਕੁੱਲ ਦਾ, ਘਰਾਣੇ ਦਾ ਜਾਂ ਕਿਸੇ ਖਾਸ ਇੰਸਟੀਟਿਊਸ਼ਨ ਦਾ ਜਿਹੜਾ ਟੀਚਰ ਹੁੰਦਾ ਸੀ, ਉਹਦੇ ਵਾਸਤੇ ਹੀ ਵਰਤਿਆ ਜਾਂਦਾ ਸੀ, ਜਿਹੜਾ ਸਿੱਖਿਆ ਦਿੰਦਾ ਸੀ। ਔਰ ਉਸਦੇ ਕੁਝ ਕੁ ਸ਼ਰਧਾਲੂ ਗਿਣਤੀ ਦੇ ਹੀ ਹੁੰਦੇ ਸਨ ਜਿਹੜੇ ਇੱਕ ਵਿਅਕਤੀ ਦੇ ਵਾਸਤੇ ਇਹ ਸ਼ਬਦ ਵਰਤਦੇ ਸਨ। ਪਰ ਸਨਾਤਨ ਸਮਾਜ ਵਿੱਚ ਇੱਕ ਹੋਰ ਵੀ ਕੈਟਾਗਰੀ ਸੀ ਜਿਹਨੂੰ ਕਈ ਸ਼ਬਦਾਂ ਦੇ ਨਾਲ ਰਿਸਪੈਕਟ ਦਿੱਤੀ ਜਾਂਦੀ ਸੀ। ਰਿਸ਼ੀ, ਮਹਾਰਿਸ਼ੀ, ਭਗਵਾਨ ਅਤੇ ਇਸ ਕਿਸਮ ਦੇ ਸ਼ਬਦ ਜੋ ਵਰਤੇ ਜਾਂਦੇ ਸਨ, ਉਹ ਉਹਨਾਂ ਮਹਾਨ ਵਿਅਕਤੀਆਂ ਲਈ ਵਰਤੇ ਜਾਂਦੇ ਸਨ ਜਿਹੜੇ ਉਹਨਾਂ ਵਿਅਕਤੀਆਂ ਨਾਲੋਂ ਬਹੁਤ ਉੱਚੇ ਗਿਣੇ ਜਾਂਦੇ ਸਨ, ਜਿਨ੍ਹਾਂ ਨੂੰ ਗੁਰੂ ਕਿਹਾ ਜਾਂਦਾ ਸੀ। ਪਰ ਅਸੀਂ ਇਸ ਨੂੰ ਇੱਕ ਨਿਯਮ ਨਹੀਂ ਕਹਿ ਸਕਦੇ। ਸੋ ਇਹ ਕਹਿਣਾ ਕਿ ਭਾਰਤੀ ਪਰੰਪਰਾ ਵਿੱਚ ਗੁਰੂ ਨਾ ਕਹਿ ਕੇ ਭਗਤ ਕਹਿੰਦੇ ਹਾਂ, ਇਹ ਉਹਨਾਂ ਨੂੰ ਕੋਈ ਗੌਣ ਦਰਜੇ ਵਿੱਚ ਦਰਸਾਉਣ ਦੀ ਭਾਵਨਾ ਹੈ। ਇਹ ਸੋਚਣਾ ਸਹੀ ਨਹੀਂ ਕਿ ਕਿਸੇ ਨੂੰ ਭਗਤ ਕਹਿਣਾ ਤੇ ਗੁਰੂ ਨਾ ਕਹਿਣਾ ਕਿਤੇ ਉਹਨਾਂ ਨੂੰ ਗੌਣ ਨੀਵੇਂ ਦਰਜੇ ਦੇ ਉੱਤੇ ਰੱਖਣ ਵਾਲੀ ਗੱਲ ਹੈ। ਐਸਾ ਕੁਝ ਵੀ ਨਹੀਂ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਗੁਰੂ ਸ਼ਬਦ ਦੀ ਜਿਹੜੀ ਮਹਾਨਤਾ ਹੈ ਉਹ ਸਿੱਖ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਬਹੁਤ ਹੀ ਵਿਸ਼ੇਸ਼ ਹੈ ਔਰ ਸਿੱਖਾਂ ਦੇ ਵਿੱਚ ਸਭ ਤੋਂ ਉੱਚੀ ਪਦਵੀ ਹੈ। ਰੀਜ਼ਨ ਇਹ ਹੈ ਕਿ ਗੁਰੂ ਸਾਹਿਬਾਨ ਨੇ ਜਿਹੜੇ ਸਾਡੇ ਧਰਮ ਨੂੰ ਚਲਾਉਣ ਵਾਲੇ ਸਨ, ਬਾਨੀ ਸਨ ਸਾਡੇ, ਉਹਨਾਂ ਨੇ ਆਪਣੇ ਆਪ ਨੂੰ ਨਾ ਤਾਂ ਪੈਗੰਬਰ ਕਿਹਾ, ਨਾ ਭਗਵਾਨ ਕਿਹਾ, ਨਾ ਰਿਸ਼ੀ ਮੁਨੀ, ਮਹਾਰਿਸ਼ੀ ਜਾਂ ਹੋਰ ਐਸਾ ਕੋਈ ਵੀ ਉੱਚਤਾਵਾਚਕ ਸ਼ਬਦ ਉਹਨਾਂ ਨੇ ਨਹੀਂ ਵਰਤਿਆ। ਸਗੋਂ ਇਸ ਕਰਕੇ ਕਿਉਂਕਿ ਉਹ ਸਾਡੇ ਇੱਕ ਗੁਰੂ ਦਾ ਦਰਜਾ ਰੱਖਦੇ ਹਨ ਅਤੇ ਗੁਰੂ ਨੂੰ ਅਸੀਂ ਸਪੈਸ਼ਲੀ ਸਿਰਫ ਉਹਨਾਂ ਦੇ ਵਾਸਤੇ ਰਿਜ਼ਰਵ ਕਰ ਲਿਆ ਕਿ ਸਾਡੇ ਗੁਰੂ ਕੇਵਲ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਡਿਸਟਿੰਕਸ਼ਨ ਨਹੀਂ ਹੈ ਕਿ ਗੁਰੂ ਉੱਚਾ ਦਰਜਾ ਹੈ ਤੇ ਭਗਤ ਨੀਵਾਂ ਦਰਜਾ ਹੈ। ਤਾਂ ਇਹ ਕਹਿਣਾ ਕਿ ਕਿਸੇ ਨੂੰ ਭਗਤ ਕਹਿ ਦਿੱਤਾ ਜਾਂਦਾ ਹੈ ਔਰ ਗੁਰੂ ਨਹੀਂ ਕਿਹਾ ਜਾਂਦਾ, ਤਾਂ ਇਹ ਇੱਕ ਗੱਲ ਐਸੀ ਹੈ ਕਿ ਮਤਲਬ ਜਿਹਨੂੰ ਅਸੀਂ ਬਹੁਤੀ ਵੇਟੇਜ ਨਹੀਂ ਦੇ ਸਕਦੇ, ਕਿਉਂਕਿ ਅਜਿਹਾ ਅਸਲ ਦੇ ਵਿੱਚ ਕੁਝ ਨਹੀਂ ਹੈ। ਫਿਰ ਇਸ ਨੂੰ ਨਾ ਤਾਂ ਅਖੌਤੀ ਜਾਤ ਪਾਤ ਦੇ ਨਾਲ ਜੋੜਿਆ ਜਾ ਸਕਦਾ ਹੈ, ਕਿਉਂਕਿ ਅਸੀਂ ਮੱਥਾ ਟੇਕਣ ਵੇਲੇ ਸਾਰੇ ਮਹਾਂਪੁਰਖਾਂ ਨੂੰ ਇਕੱਠਿਆਂ ਹੀ ਮੱਥਾ ਟੇਕਦੇ ਹਾਂ ਔਰ ਬਿਨਾਂ ਜਾਤ ਪਾਤ ਦੇ ਵਿਤਕਰੇ ਦੇ ਟੇਕਦੇ ਹਾਂ। ਔਰ ਸਵਾਲ ਕਰਤਾ ਸਤਿਕਾਰਯੋਗ ਵੀਰ ਜੀ ਨੇ ਪੰਜਾਂ ਪਿਆਰਿਆਂ ਦੀਆਂ ਜ਼ਾਤਾਂ ਦਾ ਵੀ ਜ਼ਿਕਰ ਕਰਕੇ ਇਹ ਕਿਹਾ ਹੈ ਕਿ ਇਹਨਾਂ ਵਿੱਚੋਂ ਬਹੁਤੇ ਨੀਵੀਂ ਜ਼ਾਤ ਦੇ ਸਨ। ਹਾਲਾਂਕਿ ਮੇਰੀ ਨਿੱਜੀ ਰਾਏ ਇਹ ਹੈ ਕਿ ਪੰਜਾਂ ਪਿਆਰਿਆਂ ਦੇ ਵਾਸਤੇ ਸਾਨੂੰ
ਅਜਿਹੀਆਂ ਗੱਲਾਂ ਕਰਨੀਆਂ ਬਹੁਤੀਆਂ ਯੋਗ ਨਹੀਂ ਬਣਦੀਆਂ। ਪਰ ਇੱਥੇ ਇਹ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਜੇ 10 ਗੁਰੂ ਸਾਹਿਬਾਨ ਤੋਂ ਬਾਅਦ ਕਿਸੇ ਹੋਰ ਨੂੰ ਸਰੀਰਕ ਰੂਪ ਦੇ ਵਿੱਚ ਗੁਰੂ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਤਾਂ ਉਹ ਕੇਵਲ 5 ਪਿਆਰੇ ਹਨ। ਤੇ 5 ਪਿਆਰਿਆਂ ਦੇ ਅੱਗੇ ਸਤਿਗੁਰੂ ਜੀ ਨੇ ਸਰੀਰਕ 5 ਪਿਆਰਿਆਂ ਦੇ ਅੱਗੇ ਸਤਿਗੁਰੂ ਜੀ ਨੇ ਆਪ ਮੱਥਾ ਵੀ ਟੇਕਿਆ ਤੇ ਅੰਮ੍ਰਿਤ ਦੀ ਦਾਤ ਵੀ ਉਹਨਾਂ ਕੋਲੋਂ ਪ੍ਰਾਪਤ ਕੀਤੀ। ਤੋ ਇਹ ਤੱਥ ਜਿਹੜਾ ਹੈ ਕਿ ਅਸੀਂ ਸ਼ਾਇਦ ਇਹਦੇ ਵਿੱਚ ਕੋਈ ਭਿੰਨ ਭੇਵ ਜਾਤ ਪਾਤ ਦਾ ਕਿਸੇ ਵੀ ਤਰੀਕੇ ਨਾਲ ਹੈ, ਇਸ ਤੋਂ ਉੱਚਾ ਦਰਜਾ ਤੇ ਕਿਸੇ ਸਿੱਖ ਨੂੰ ਪ੍ਰਾਪਤ ਹੀ ਨਹੀਂ ਹੋ ਸਕਦਾ। ਤੇ ਜੇ ਵੀਰ ਜੀ ਕਹਿੰਦੇ ਹਨ ਕਿ ਉਹ ਵੀ ਉੱਚੀਆਂ ਜਾਤਾਂ ਦੇ ਨਹੀਂ ਸਨ, ਅਖੌਤੀ ਉੱਚੀਆਂ ਜਾਤਾਂ ਦੇ ਨਹੀਂ ਸਨ, ਤਾਂ ਫਿਰ ਉਹ ਵਾਲਾ ਸਵਾਲ ਤੇ ਉਹਨਾਂ ਨੇ ਆਪ ਹੀ ਰੱਦ ਕਰ ਦਿੱਤਾ ਕਿ ਬਈ ਜਦ ਗੁਰੂ ਜੀ ਨੇ ਉਹਨਾਂ ਨੂੰ ਮੱਥਾ ਟੇਕ ਕੇ ਅੰਮ੍ਰਿਤ ਦੀ ਦਾਤ ਮੰਗ ਲਈ ਤਾਂ ਇਹ ਸਾਰੀਆਂ ਗੱਲਾਂ ਆਪਣੇ ਆਪ ਹੀ ਰੱਦ ਹੋ ਜਾਂਦੀਆਂ ਨੇ। ਤਾਂ ਇਹ ਵੀ ਅਸੀਂ ਨਹੀਂ ਕਹਿ ਸਕਦੇ ਕਿ ਗੁਰੂ ਨਾ ਕਹਿਣ ਪਿੱਛੇ ਜਾਂ ਭਗਤ ਕਹਿਣ ਪਿੱਛੇ ਕੋਈ ਜਾਤ ਪਾਤ ਦਾ ਹਿੱਸਾ ਹੈ ਜਾਂ ਕੋਈ ਹੋਰ ਕਾਰਨ ਹੈ। ਆਪਨੇ ਜਿਹੜਾ ਮਹਿਲਾ ਤੇ ਭਗਤ ਜੀ ਦੇ ਨਾਮ ਜਿਹੜੇ ਵਰਤੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਤੋ ਇੱਥੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਸ਼ਬਦਾਂ ਦੇ ਵਿੱਚ, ਬਾਣੀ ਦੇ ਵਿੱਚ ਕੇਵਲ ਨਾਨਕ ਮੋਹਰ ਹੀ ਵਰਤੀ ਹੈ। ਤੋ ਜੋ ਇਸ ਗੱਲ ਦੀ ਲਿਖਾਇਕ ਹੈ ਕਿ ਸਾਰੇ ਗੁਰੂ ਸਾਹਿਬਾਨ ਆਦਿ ਗੁਰੂ ਨਾਨਕ ਦੇਵ ਜੀ ਦੀ ਹੀ ਜੋਤ ਸਨ। ਤੇ ਇਸੇ ਦਾ ਤੱਥ ਨੂੰ ਮੁੱਖ ਰੱਖ ਕੇ ਮਹਿਲਾ ਸ਼ਬਦ ਵਰਤਿਆ ਗਿਆ ਹੈ ਤੇ ਨਾਲ ਇੰਡੀਕੇਟ ਕੀਤਾ ਗਿਆ ਹੈ ਪਹਿਲਾ, ਦੂਜਾ ਤੇ ਇਸ ਤਰ੍ਹਾਂ 9ਵੇਂ ਤੱਕ ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ ਕਿ ਇਹ ਸ਼ਬਦ ਜੋ ਉਚਾਰਿਆ ਗਿਆ ਹੈ, ਬਾਣੀ ਜੋ ਉਚਾਰੀ ਗਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ, ਦੂਜੇ ਜਾਂ ਹੋਰ ਸਰੀਰਾਂ ਦੇ ਦੁਆਰਾ ਉਚਾਰੀ ਗਈ ਹੈ। ਤੋ ਇਸੇ ਗੱਲ ਨੂੰ ਪ੍ਰਗਟ ਮਹਿਲਾ ਸ਼ਬਦ ਦੀ ਵਰਤੋਂ ਜੋ ਸਤਿਗੁਰੂ ਜੀ ਨੇ ਕੀਤੀ ਹੈ ਉਹ ਸਭ ਤੋਂ ਯੋਗ ਤਰੀਕਾ ਸੀ ਕਿ ਇਹ ਸਤਿਗੁਰੂ ਜੀ ਦਾ ਦੂਜਾ ਸਰੀਰ ਹੈ, ਤੀਜਾ ਸਰੀਰ ਹੈ। ਇਹਦੇ ਵਿੱਚ ਕੋਈ ਖਾਸ ਅਸੀਂ ਕਹੀਏ ਕਿ ਇਹਦੇ ਵਿੱਚ ਕੋਈ ਉੱਚਤਾ ਦਰਸਾਉਣ ਵਾਲੀ ਗੱਲ ਹੋਵੇ, ਉਹ ਨਹੀਂ ਹੈ। ਤੇ ਚੂੰਕਿ ਭਗਤ ਸਾਹਿਬਾਨ ਨੇ ਆਪਣੇ ਨਾਵਾਂ ਰਚਨਾ ਦੇ ਵਿੱਚ ਨਾਵਾਂ ਦੀ ਵਰਤੋਂ ਕੀਤੀ ਹੈ, ਤਾਂ ਸੋ ਮਹਿਲਾ ਸ਼ਬਦ ਤਾਂ ਲੌਜੀਕਲੀ ਹੀ ਉਹਨਾਂ ਲਈ ਨਹੀਂ ਵਰਤਿਆ ਜਾ ਸਕਦਾ ਸੀ। ਉੱਥੇ ਸਤਿਗੁਰੂ ਜੀ ਨੇ ਬੜੇ ਸਤਿਕਾਰ ਦੇ ਨਾਲ ਸ਼ੇਖ ਫਰੀਦ ਜੀਓ ਕੇ, ਭਗਤ ਕਬੀਰ ਜੀਓ ਕੇ ਤੇ ਇਸ ਤਰੀਕੇ ਨਾਲ ਬਾਕੀ ਭਗਤਾਂ ਨੂੰ ਵੀ ਬਹੁਤ ਸਤਿਕਾਰ ਦੇ ਨਾਲ ਉਹਨਾਂ ਨੇ ਐਡਰੈਸ ਕੀਤਾ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਹਿਲਾ ਸ਼ਬਦ ਅਗਰ ਨਹੀਂ ਵਰਤਿਆ ਗਿਆ ਤੇ ਇਹਦੇ ਵਿੱਚ, ਜਿਵੇਂ ਕਿ ਬਾਕੀ ਸਵਾਲ ਦੇ ਵਿੱਚ ਵੀਰ ਜੀ ਨੇ ਇੰਡੀਕੇਟ ਕੀਤਾ ਹੈ ਕਿ ਸ਼ਾਇਦ ਉਹਨਾਂ ਨੂੰ ਉਹ ਦਰਜਾ ਨਹੀਂ ਦਿੱਤਾ ਗਿਆ, ਐਸਾ ਕੁਝ ਵੀ ਨਹੀਂ ਹੈ। ਇਹ ਇੱਕ ਲੌਜੀਕਲ ਤਰੀਕਾ ਸੀ ਲਿਖਣ ਦਾ। ਤੇ ਜੇ ਇੱਕ ਸਵਾਲ ਵੀਰ ਜੀ ਨੇ ਕੀਤਾ ਹੈ ਕਿ ਭਗਤ ਸਾਹਿਬਾਨ ਨੂੰ ਗੁਰੂ ਕਹਿ ਦਿੱਤਾ ਜਾਵੇ ਤਾਂ ਕੀ ਹਰਜ ਹੈ? ਇਸ ਤਰ੍ਹਾਂ ਉਹਨਾਂ ਦੇ ਜਿਹੜੇ ਪੰਥੀ ਹਨ ਉਹਨਾਂ ਦਾ ਇਤਰਾਜ਼ ਹੈ, ਉਹ ਹੱਲ ਹੋ ਜਾਵੇਗਾ। ਤਾਂ ਇਹਦੇ ਬਾਰੇ ਮੇਰਾ ਜਵਾਬ ਜੋ ਸਮਝ ਮੈਨੂੰ ਆਈ ਹੈ ਉਹ ਤਾਂ ਇਹੀ ਹੈ ਕਿ ਚੂੰਕਿ ਸਤਿਗੁਰੂ ਜੀ ਨੇ ਆਪ ਉਹਨਾਂ ਵਾਸਤੇ ਭਗਤ ਦਾ ਸਤਿਕਾਰਯੋਗ, ਸਤਿਕਾਰਤ ਸ਼ਬਦ ਵਰਤਿਆ ਹੈ, ਤਾਂ ਸਾਡੇ ਲਈ ਵੀ ਉਹਨਾਂ ਵਾਸਤੇ ਇਹੀ ਸ਼ਬਦ ਵਰਤਣਾ ਯੋਗ ਹੈ। ਇਹ ਜਿਹੜੇ ਦਲੀਲਾਂ ਦਿੱਤੀਆਂ ਜਾਂਦੀਆਂ ਹਨ ਉਹ ਸਾਨੂੰ ਇਹਨਾਂ ਸਾਰੇ ਗੁਰਮਤਿ ਦੀਆਂ ਰੋਸ਼ਨੀ, ਗੁਰਮਤਿ ਦੇ ਜੋ ਪ੍ਰਿੰਸੀਪਲਸ ਹਨ ਜੋ ਸਤਿਗੁਰੂ ਜੀ ਨੇ ਸਾਡੇ ਲਈ ਲੀਹਾਂ ਪਾਈਆਂ ਹਨ, ਪੂਰਨੇ ਪਾਏ ਹਨ, ਉਹਨਾਂ ਦੀ ਰੋਸ਼ਨੀ ਦੇ ਵਿੱਚ ਹੀ ਸਾਨੂੰ ਵਿਚਾਰਨੇ ਚਾਹੀਦੇ ਹਨ। ਤੇ ਸਾਨੂੰ ਕਦੇ ਵੀ ਭਗਤ ਸਾਹਿਬਾਨ ਦਾ ਸਤਿਕਾਰ, ਕਦੇ ਵੀ ਇਹੋ ਜਿਹੀ ਗੱਲ ਆਪਣੇ ਮੂੰਹ ਕਦੇ ਵੀ ਨਹੀਂ ਕੱਢਣੀ ਚਾਹੀਦੀ ਕਿ ਭਗਤ ਸਾਹਿਬਾਨ ਜਿਹੜੇ ਸਨ ਉਹਨਾਂ ਦਾ ਸਤਿਕਾਰ ਸਿੱਖ ਪੰਥ ਦੇ ਵਿੱਚ ਘੱਟ ਹੈ, ਕਿਉਂਕਿ ਅਸਲੀਅਤ ਦੇ ਵਿੱਚ ਅਸੀਂ ਤਾਂ ਉਨਾ ਹੀ ਸਤਿਕਾਰ ਕਰਦੇ ਹਾਂ ਉਹਨਾਂ ਦਾ ਜਿੰਨਾ ਸਤਿਗੁਰੂ ਜੀ ਦਾ ਆਪ ਕਰਦੇ ਹਾਂ। ਆਸ ਹੈ ਵੀਰ ਜੀ ਦੀ ਇਸ ਜਵਾਬ ਨਾਲ ਤਸੱਲੀ ਹੋਈ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਅੱਛੇ ਤਰੀਕੇ ਨਾਲ ਔਰ ਬੜੇ ਡੂੰਘੇ ਵਿਚਾਰ ਦੱਸ ਕੇ ਤੇ ਸਾਨੂੰ ਸਮਝਾਇਆ ਹੈ ਕਿ ਸ਼ਬਦ ਜਿਹੜਾ ਭਗਤ ਜਾਂ ਗੁਰੂ ਹੈ ਇਹ ਕੋਈ ਵਖਰੇਵੇਂ ਲਈ ਨਹੀਂ ਹੈ, ਸਾਰੇ ਸਤਿਕਾਰਯੋਗ ਨੇ। ਪਰ ਮੈਂ ਸਮਝਦਾ ਕਿ ਤੁਸੀਂ ਦੇਖੋ ਸਾਧ ਸੰਗਤ ਜੀ 5 ਸਦੀਆਂ ਤੋਂ ਉੱਤੇ ਹੋ ਗਈ ਗੱਲ। ਪਹਿਲੇ ਤਾਂ ਕਦੀ ਕੋਈ ਐਸਾ ਝਗੜਾ ਨਹੀਂ ਚੱਲਿਆ ਵੀ ਭਗਤ ਜਾਂ ਗੁਰੂ ਦਾ ਸ਼ਬਦ ਜਿਹੜਾ ਕੋਈ ਵੱਖਰਾ ਹੈਗਾ ਜਾਂ ਕੋਈ ਕਿਉਂ ਲਿਖਿਆ। ਇਹ ਤਾਂ ਪਿਛਲੇ ਤਕਰੀਬਨ 4-5 ਦਹਾਕਿਆਂ ਤੋਂ ਮੈਂ ਸਮਝਦਾ ਇਹਦੇ ਪਿੱਛੇ ਵੀ ਇੱਕ ਸਿਆਸੀ ਚਾਲ ਹੈ ਜਿਹੜੀ ਚੱਲੀ ਗਈ। ਔਰ ਇਸ ਕਰਕੇ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਨਾਨਕ ਨਾਮ ਲੇਵਾਵਲ ਸਨ, ਉਹਨਾਂ ਚੋਂ ਇੱਕ ਵੱਖਰਾ ਸੈਕਟ ਕੱਢਣ ਲਈ, ਉਹਨਾਂ 'ਚ ਫੁੱਟ ਪਾਉਣ ਦੇ ਲਈ ਇਹ ਗੱਲ ਜਿਹੜੀ ਇਹ ਬੀਜੀ ਗਈ, ਕਹੀ ਗਈ ਕਿ ਹਾਂ ਜੀ ਭਗਤ ਨੂੰ ਵੀ, ਭਗਤ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਦਰਜਾ ਹੋਰ ਹੈ ਜਾਂ ਗੁਰੂ ਸਾਹਿਬ ਦਾ ਹੋਰ ਹੈ, ਗੁਰੂ ਕਿਉਂ ਨਹੀਂ ਕਹਿੰਦੇ। ਤੋ ਹਾਲਾਂਕਿ ਗਰਾਊਂਡ ਲੈਵਲ ਤੇ ਇਹ ਅੱਜ ਦੀ ਤਰੀਕ ਵਿੱਚ ਇਹ ਜਿਹੜੀ ਗੱਲ ਹੈ ਇਹ ਸਮਝਾਉਣੀ ਜਿਹਨਾਂ ਨੇ ਇਹ ਇਸ਼ੂ ਜਿਹਨਾਂ ਦਾ ਹੈ ਇਹ ਕਾਫੀ ਔਖਾ ਹੈ। ਆਪ ਜੀ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ ਹੋਰ ਆਪਾਂ ਕੋਈ 15 ਸਾਲ ਪਹਿਲੇ, 12-14 ਸਾਲ ਪਹਿਲੇ ਇਹਦੇ ਤੇ ਬੜਾ ਵੱਡਾ ਇਹ ਵੰਡਰ ਖੜਾ ਹੋਇਆ ਸੀ। ਔਰ ਬਈ ਔਰ ਉਸ ਤੋਂ ਬਾਅਦ ਹੋਇਆ ਕਿ
ਉਹਨਾਂ ਚੋਂ ਇੱਕ ਜਿਹੜੇ ਸੋ ਕਾਲ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਵੀ ਰਵਿਦਾਸੀ ਸਿੰਘ, ਉਹਨਾਂ ਨੇ ਆਪਣਾ ਵੱਖਰਾ ਗ੍ਰੰਥ ਵੀ ਬਣਾਇਆ। ਤੋ ਉਹ ਅਜੇ ਤੱਕ ਉਹ ਜਿਹੜਾ ਉਹ ਚੱਲਦਾ ਹੈ, ਕਿਤੇ ਉਹਨਾਂ ਨੇ ਕਰ ਲਿਆ, ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੱਲ ਰਿਹਾ, ਕਿਤੇ ਉਹਨਾਂ ਨੇ ਹਟਾ ਦਿੱਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਵੀ ਇੱਕ ਸਿਆਸੀ ਕਾਰਨਾਂ ਕਰਕੇ ਹਨ, ਉਹ ਆਪਣੀਆਂ ਵੋਟਾਂ ਦਾ ਲਾਭ ਲੈਂਦੇ ਨੇ। ਮੈਂ ਗੱਲ ਇਸ ਕਰਕੇ ਵੀ ਕਹੀ ਹੈ ਕਿ ਕਾਫੀ ਪੁਰਾਣੇ ਸਮੇਂ ਪੰਜਾਬ ਦਾ ਇੱਕ ਵਜ਼ੀਰ ਸਨ, ਉਹਨਾਂ ਨੇ ਜਿਸ ਵੇਲੇ ਇਹ ਰਵਿਦਾਸ ਜੀ ਦਾ ਜਲੰਧਰ ਵਿੱਚ, ਕਿਉਂਕਿ ਬਹੁਤ 3-4 ਦਿਨ ਬੜਾ ਉੱਚੇ ਪੱਧਰ ਤੇ ਮਨਾਇਆ ਜਾਂਦਾ ਉਹਨਾਂ ਦਾ ਜਨਮ ਦਿਨ, ਤਾਂ ਉੱਥੇ ਇੱਕ ਸਿਆਸੀ ਲੀਡਰ ਜਿਹੜੇ ਉਸ ਵੇਲੇ ਮੰਤਰੀ ਸਨ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਭਗਤ ਜੀ ਦੀ ਬਾਣੀ ਹੈ, ਇਹਦਾ ਵੱਖਰਾ ਗ੍ਰੰਥ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਜਾਂ ਹੋ ਰਿਹਾ। ਤੇ ਉਸ ਤੋਂ ਬਾਅਦ ਜਲਦੀ ਕੁਝ ਸਾਲਾਂ ਬਾਅਦ ਆ ਵੀ ਗਿਆ ਸੀ। ਤਾਂ ਉੱਥੋਂ ਮੈਨੂੰ ਇਹ ਲੱਗਦਾ ਵੀ ਜਿਵੇਂ ਇੱਕ ਸਿਆਸੀ ਚਾਲ ਹੋਵੇ, ਜਾਂ ਜਿਹੜੇ ਸਿੱਖ ਮਤ ਦੇ ਵਿਰੋਧੀ ਨੇ ਉਹਨਾਂ ਨੇ ਇੱਕ ਚਾਲ ਚੱਲੀ ਹੋਵੇ। ਹੁਣ ਸਾਡਾ ਫਰਜ਼ ਤੇ ਬਣਦਾ ਹੈ ਕਿ ਅਸੀਂ ਉਹਨਾਂ ਸਾਰਿਆਂ ਨੂੰ ਇਹ ਗੱਲ, ਜਿਵੇਂ ਅੱਜ ਵੀਰ ਜੀ ਨੇ ਸਮਝਾਈ, ਇਹ ਸਮਝਾਈ ਜਾਏ, ਔਰ ਉਹਨਾਂ ਦੇ ਹਰ ਕਾਰਜ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ। ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਐਸਾ ਵੀ ਦੇਖਣ ਚ ਆਇਆ ਕਿ ਉਹਨਾਂ ਨੇ ਗੁਰਦੁਆਰੇ ਵੀ ਪਿੰਡਾਂ ਦੇ ਵਿੱਚ ਆਪਣੇ ਵੱਖਰੇ ਕਰ ਲਏ, ਵੀ ਇਹ ਜੀ ਉਹਨਾਂ ਦਾ ਗੁਰਦੁਆਰਾ ਹੈ, ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਰਾਮਗੜੀਆਂ ਦਾ ਗੁਰਦੁਆਰਾ ਹੈ। ਇੱਕ ਬੜੀ ਮਤਲਬ ਮਾੜੀ ਚਾਲ ਹੈ, ਜਿਹੜੀ ਬਿਲਕੁਲ ਸਿੱਖ ਮਤ ਦੇ ਬੇਸਿਕ ਪ੍ਰਿੰਸੀਪਲ ਦੇ ਖਿਲਾਫ ਹੈ। ਸਿੱਖ ਮਤ ਸਾਰੇ ਸੰਸਾਰ ਨੂੰ ਮਾਨਸ ਦੀ ਜਾਤ ਸਭਾ ਇੱਕ ਹੈ, ਪਹਿਚਾਨ ਬੋ ਕਹਿੰਦਾ। ਪਰ ਜੇ ਉਹਦੇ 'ਚ ਵੀ ਇਹੋ ਜਿਹੀਆਂ ਗੱਲਾਂ ਆ ਜਾਣ ਵੀ ਰਵਿਦਾਸੀਆਂ ਦਾ ਗੁਰਦੁਆਰਾ ਜੀ, ਇਹ ਰਾਮਗੜੀਆਂ ਦਾ ਗੁਰਦੁਆਰਾ ਹੈ, ਇਹ ਜੱਟਾਂ ਦਾ ਗੁਰਦੁਆਰਾ ਹੈ, ਤੇ ਇਹ ਸਾਡੇ ਲਈ ਇੱਕ ਬੜੀ ਮਾੜੀ ਉਮਰ। ਤਾਂ ਸਾਨੂੰ ਇਸ ਪਾਸੇ ਲੋੜ ਹੈ ਇਹ ਗੱਲ ਕਰਨ ਦੀ। ਔਰ ਮੈਂ ਫਿਰ ਇਹ ਗੱਲ ਨੂੰ ਦੁਹਰਾ ਰਿਹਾ ਕਿ ਸਾਨੂੰ ਉਹਨਾਂ ਦੇ ਹਰ ਕਾਰਜ ਦੇ ਵਿੱਚ ਨਾਲ ਜਾ ਕੇ ਹਿੱਸਾ ਲੈਣਾ ਚਾਹੀਦਾ ਹੈ, ਪਾਰਟਿਸਿਪੇਟ ਕਰਨਾ ਚਾਹੀਦਾ ਹੈ। ਗੁਰਦੁਆਰਾ ਸਾਹਿਬਾਨ ਵਿੱਚ ਜਿੱਥੇ ਆਪਾਂ ਬਾਕੀ ਪੁਰਬ ਮਨਾਉਂਦੇ ਹਾਂ, ਉੱਥੇ ਭਗਤ ਸਾਹਿਬਾਨ ਦੇ ਪੁਰਬ ਜਿਹੜੇ ਨੇ ਉਸੇ ਹੀ ਧੂਮਧਾਮ ਦੇ ਨਾਲ ਜਿਹੜੇ ਨੇ ਮਨਾਉਣੇ ਚਾਹੀਦੇ ਨੇ, ਤਾਂ ਜੇ ਇਹ ਗੱਲ ਜਿਹੜੀ ਪ੍ਰਚਲਿਤ ਵੀ ਕੀਤੀ ਗਈ ਹੈ ਉਹ ਨਾ ਰਵੇ। ਔਰ ਸਾਨੂੰ ਸਾਰਿਆਂ ਨੂੰ ਸਤਿਗੁਰੂ ਕਿਰਪਾ ਕਰਨ, ਅਸੀਂ ਸਾਰੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ। ਤੋ ਪ੍ਰਭ ਕੀਰਤਨ ਸਿੰਘ ਦਾ ਇੱਕ ਵਾਰੀ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੋ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਹੈ ਕਿ ਜਿਸ ਵੇਲੇ ਆਪਾਂ ਆਪਣਾ ਕਰਦੇ ਹਾਂ, ਅਰਦਾਸ ਕਰਦੇ ਹਾਂ ਜੀ, ਅਰਦਾਸ ਬਾਅਦ ਜਿਹੜਾ ਦੋਹਰਾ ਪੜ੍ਹਿਆ ਜਾਂਦਾ ਹੈ, ਉਹਦੇ ਵਿੱਚ ਕਿਹਾ ਜਾਂਦਾ ਹੈ ਪ੍ਰਗਟ ਗੁਰਾਂ ਕੀ ਦੇਹ। ਤੋ ਸਵਾਲ ਕਰਤਾ ਨੇ ਕਿਹਾ ਕਿ ਪ੍ਰਗਟ ਗੁਰਾਂ ਦੀ ਦੇਹ ਤੋਂ ਕੀ ਭਾਵ ਹੈ। ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ, ਕਿਰਪਾ ਕਰੋ ਔਰ ਇਹ ਦੱਸੋ ਕਿ ਪ੍ਰਗਟ ਗੁਰਾਂ ਕੀ ਦੇਹ, ਇਹ ਤੋਂ ਕੀ ਭਾਵ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਪੰਕਤੀਆਂ ਤੋਂ ਇਹ ਸਵਾਲ ਉੱਠਿਆ ਹੈ, ਔਰ ਉਹ ਜੋ ਗੁਰਦੁਆਰੇ ਵਿੱਚ ਅਰਦਾਸ ਦੀ ਸਮਾਪਤੀ ਤੋਂ ਬਾਅਦ, ਮੱਥਾ ਟੇਕਣ ਤੋਂ ਬਾਅਦ ਖੜੋ ਕੇ ਜਿਹੜਾ ਦੋਹਰਾ ਪੜ੍ਹਿਆ ਜਾਂਦਾ ਹੈ, तो शुरुआत तो उत्थों होंदी है भी आज्ञा पई अकाल की, तबे चलायो पंथ, सब सिखन को हुक्म है, गुरु मान्यो ग्रंथ। उस तो बाद आजकल ये प्रचलित है कि अगली पंक्ति ये बोली जाती है कि गुरु ग्रंथ जी मान्यो प्रगट गुरा की दे। जो प्रभ को मिलबो चाहे खोज शब्द में ले, ये आजकल आम तौर पर लाइन पढ़ी जाती है। ਹੁਣ ਕਿਉਂਕਿ ਬਹੁਤੇ ਗੁਰਦੁਆਰਿਆਂ 'ਚ ਪੜ੍ਹੀ ਜਾਂਦੀ ਹੈ ਤੇ ਅਸੀਂ ਵੀ ਸ਼ੁਰੂ ਤੋਂ ਬਚਪਨ ਤੋਂ ਸੁਣਦੇ ਦੇਖਦੇ ਆ ਰਹੇ ਹਾਂ, ਤੇ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਪਤਾ ਕਰੀਏ ਵੀ ਆਈ ਕਿੱਥੋਂ ਲਾਈਨ। ਇਹ ਤੇ ਪੱਕਾ ਹੀ ਹੈ, ਸਭ ਨੂੰ ਇਹਨਾਂ ਤੇ ਅੰਦਾਜ਼ਾ ਹੈ ਕਿ ਇਹ ਗੁਰਬਾਣੀ ਦੀ ਲਾਈਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਨਾ ਹੀ ਇਹ ਉਸ ਗ੍ਰੰਥ ਵਿੱਚੋਂ ਆਈ ਹੈ ਜਿਹਨੂੰ ਆਮ ਤੌਰ ਤੇ ਦਸਮ ਗ੍ਰੰਥ ਕਿਹਾ ਜਾਂਦਾ ਹੈ। ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵੀ ਇਹ ਨਹੀਂ ਹੈ। ਤਾਂ ਫਿਰ ਇਹ ਲਾਈਨਾਂ ਪੜ੍ਹੀਆਂ ਕਿਉਂ ਜਾਂਦੀਆਂ ਨੇ? ਤਾਂ ਇਹਨਾਂ ਦਾ ਜੋ ਮੁੱਖ ਮਕਸਦ ਸੀਗਾ ਉਹ ਸਿਰਫ ਸੀ ਕੌਮ ਦੇ ਵਿੱਚ ਇੱਕ ਸੰਗਤੀ ਰੂਪ ਦੇ ਵਿੱਚ ਇੱਕ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਦਾ, ਤੇ ਉਹ ਇੱਕ ਹੈ ਤੇ ਗੁਰਸਿੱਖਾਂ ਦੀ ਰਚਨਾ ਹੈ। ਤਾਂ ਜੋ ਮੂਲ ਰੂਪ ਵਿੱਚ ਇਹ ਰਚਨਾ ਸੀ ਭਾਈ ਪ੍ਰਹਿਲਾਦ ਸਿੰਘ ਜੀ ਦੀ, ਜਿਹਦਾ ਮੂਲ ਸਰੂਪ ਸੀਗਾ ਜੋ ਮੈਂ ਆਪ ਜੀ ਨੂੰ ਪੜ੍ਹ ਕੇ ਹੁਣ ਸੁਣਾ ਰਿਹਾ ਹਾਂ ਕਿ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀ ਦੇ। आप जी जरा ध्यान नाल लाइन दोबारा सुनो। गुरु खालसा मानिए प्रगट गुरु की दे, जो सिख मोह मिलबो चाहे खोज इन्हें में ले। अकाल पुरख के बचन स्यों प्रगट चलायो पंथ, सब सिखन को बचन है गुरु मानियो ग्रंथ।
ਹੁਣ ਤੁਸੀਂ ਧਿਆਨ ਦੇਣਾ ਵੀ ਇਹ ਪੁਰਾਤਨ ਗੁਰੂ ਜੋ ਪ੍ਰਹਿਲਾਦ ਸਿੰਘ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹਾਂ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਿੱਖ ਸੀਗੇ। ਇਹਨਾਂ ਦਾ ਲਿਖਿਆ ਹੋਇਆ ਇੱਕ ਰਹਿਤਨਾਮਾ ਵੀ ਪ੍ਰਚਲਿਤ ਹੈ ਜੋ ਹਸਤਲਿਖਤ ਰੂਪ ਵਿੱਚ ਮੌਜੂਦ ਸੀਗਾ। ਤੇ ਹੁਣ ਜਿਹੜੇ ਰਹਿਤਨਾਮਿਆਂ ਦੇ ਬਾਰੇ ਪੁਸਤਕਾਂ ਛਪੀਆਂ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ। ਤੋ ਇਹ ਪੰਕਤੀਆਂ ਭਾਈ ਪ੍ਰਹਿਲਾਦ ਸਿੰਘ ਦੀਆਂ ਓਰੀਜਨਲ ਸੀਗੀਆਂ ਜੋ ਰਚੀਆਂ ਹੋਈਆਂ। ਤੇ ਪੁਰਾਣੇ ਜ਼ਮਾਨੇ ਦੇ ਵਿੱਚ ਇਹਨਾਂ ਹੀ ਪੰਕਤੀਆਂ ਨੂੰ ਦੋਹਰੇ ਦੇ ਰੂਪ ਦੇ ਵਿੱਚ ਅਰਦਾਸ ਤੋਂ ਬਾਅਦ ਪੜ੍ਹਿਆ ਜਾਂਦਾ ਸੀਗਾ। ਲੇਕਿਨ ਫਿਰ ਵਿਚਕਾਰਲੇ ਸਮੇਂ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨਾਮ ਦੇ ਇੱਕ ਵਿਦਵਾਨ ਜਿਨ੍ਹਾਂ ਨੇ ਆਪਣਾ ਗ੍ਰੰਥ ਲਿਖਿਆ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਪੰਕਤੀਆਂ ਨੂੰ ਬਦਲ ਕੇ ਤੇ ਨਵੀਂ ਸ਼ਕਲ ਦੇ ਦਿੱਤੀ ਤੇ ਗੁਰੂ ਖਾਲਸਾ ਮਾਨੀਆਂ ਦੀ ਥਾਂ ਤੇ ਗੁਰੂ ਗ੍ਰੰਥ ਜੀ ਮਾਨਿਓ ਕਰ ਦਿੱਤਾ। ਜੋ ਸਿੱਖ ਮੋਹ ਮਿਲਬੋ ਚਾਹੇ ਦੀ ਥਾਂ ਤੇ ਜੋ ਪ੍ਰਭ ਕੋ ਮਿਲਬੋ ਚਾਹੇ ਕਰ ਦਿੱਤਾ। ਖੋਜ ਇਨੋ ਮੈਂ ਲੈ ਦੀ ਜਗ੍ਹਾ ਤੇ ਖੋਜ ਸ਼ਬਦ ਮੈਂ ਲੈ ਕਰ ਦਿੱਤਾ। ਇਹ ਉਹਨਾਂ ਨੇ ਆਪਣੇ ਵੱਲੋਂ ਚੇਂਜ ਕਰਤੀਆਂ ਲਾਈਨਾਂ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਈ ਇਹ ਜਿਹੜੇ ਚੇਂਜਸ ਕੀਤੇ ਗਏ ਕਿ ਇਹ ਗੁਰਮਤ ਫਿਲਾਸਫੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਦਾ ਸੰਦੇਸ਼ ਹੈ ਔਰ ਜੋ 1699 ਦੀ ਵਿਸਾਖੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਪੰਥ ਦਾ ਜੋ ਕਨਸੈਪਟ ਸਿੱਖਾਂ ਨੂੰ ਦਿੱਤਾ, ਜੋ ਪੰਜ ਪਿਆਰਿਆਂ ਦਾ ਵਿਧਾਨ ਦਿੱਤਾ, ਔਰ ਜਿਸ ਤਰੀਕੇ ਦੇ ਨਾਲ ਹੁਣੇ ਵੀ ਆਪ ਜੀ ਨੇ ਪਹਿਲੇ ਜਵਾਬ ਦੇ ਵਿੱਚ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪੰਜਾਂ ਪਿਆਰਿਆਂ ਦੇ ਅੱਗੇ ਸੀਸ ਝੁਕਾ ਕੇ ਉਹਨਾਂ ਪਾਸੋਂ ਖੰਡੇ ਬਾਟੇ ਦੀ ਪਹੁਲ ਦੀ ਆਪ ਦਾਤ ਮੰਗੀ, ਕਿ ਉਸ ਸਿਧਾਂਤ ਦੇ ਨਾਲ ਇਹ ਮੇਲ ਖਾਂਦੀਆਂ ਨੇ ਗੱਲਾਂ। ਤੋ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਵੀ ਦਿੱਤੀ ਨੰਦੇੜ ਵਿਖੇ ਸਨ 1708 ਦੇ ਵਿੱਚ, ਤਾਂ ਉਦੋਂ ਵੀ ਇਹ ਗੱਲ ਬੜੇ ਸਪਸ਼ਟ ਤੌਰ ਦੇ ਉੱਤੇ ਇਹ ਕਨਵੇ ਕਰ ਦਿੱਤੀ ਗਈ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਔਰ ਇੱਕ ਬੜਾ ਪ੍ਰਚਲਿਤ ਸਾਡਾ ਬੋਲਾ ਹੈ ਜਿਹੜਾ ਅੱਜ ਵੀ ਕਾਇਮ ਹੈ, ਜਿਹਦੇ 'ਚ ਅਜੇ ਕੋਈ ਵਿਗਾੜ ਨਹੀਂ ਆਇਆ, ਕੋਈ ਮਿਲਾਵਟ ਨਹੀਂ ਹੋਈ। ਉਹ ਹੈ ਕਿ ਗੁਰੂ ਖਾਲਸੇ ਦਾ ਜੋ ਸਿਧਾਂਤ ਹੈ कि पूजा अकाल की, परचा शब्द का, दीदार खालसे का। ये तीन जो स्टेटमेंट ने एक सेंटेंस के रूप ਦੇ ਵਿੱਚ बड़े पुरातन समय तो प्रचलित चलदियां आ रही है, जिदा एक तरीके ਦੇ ਨਾਲ ਸਿੱਖੀ ਜੀਵਨ ਦਾ ਸਿਧਾਂਤ बड़े ही संखेप रूप ਦੇ ਵਿੱਚ और बड़ी क्लैरिटी ਦੇ ਨਾਲ कन्वे कर दिता जाता है। पूजा अकाल की, इतों ये गल कंसैप्ट क्लीयर होंदा है कि एक अकाल पुरख तो छुट असी किसी देवी देवते किसी होर शरीरधारी किसी देहधारी नूं असी नहीं पूजना, पूजा केवल अकाल दी। परचा शब्द का, परचे तो भाव हुंदा है भरोसा, जिहदे उत्ते असी अपना यकीन करते हैं। तो परचा शब्द का तो भाव है कि असी केवल तो केवल गुरबाणी दे उत्ते ही भरोसा करना है। और गुरबाणी जिहड़ी है वो जिसनों गुरगद्दी दी दित्ती गई वो सीगी गुरु आदि श्री गुरु ग्रंथ साहिब जी की भीड़, जिहड़ी गुरु अर्जन पातशाह ने सन 1604 ਦੇ ਵਿੱਚ ਸਥਾਪਨਾ ਹਰਿਮੰਦਰ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਜਿਹਦੇ ਵਿੱਚ ਫਿਰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨੌਵੇਂ ਸਤਿਗੁਰੂ ਜੀ ਦੀ ਬਾਣੀ ਹੋਰ ਐਡ ਕਰਕੇ ਤੇ ਉਸ ਨੂੰ ਸੰਪੂਰਨ ਗੁਰਤਾ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਉਸ ਸਰੂਪ ਨੂੰ। ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹਦੇ ਉੱਤੇ ਸਾਡਾ ਭਰੋਸਾ ਹੋਣਾ ਚਾਹੀਦਾ ਹੈ। तो परचा शब्द का तो ये भाव है। दीदार खालसे का तो भाव है कि सरीरक रूप के विच अगर जे असीं गुरु के दीदार करने हैं तो वो खालसा दे जो पूर्ण तैयार बर तैयार गुरसिख हैं, पंजां दे रूप दे विच पंज प्यारे जो संगत विचों तैयार बर तैयार सिखां दे विचों किसी भी इंपॉर्टेंट ईवेंट के वास्ते जरूरत पैंदी है तो चुने जाते हैं। जिवें अमृतपान कराना होवे, खंडे बट दे जदों पहल देनी होवे ਤਾਂ ਉਦੋਂ ਵੀ ਪੰਜ ਪਿਆਰਿਆਂ ਦੀ ਜ਼ਿੰਮੇਵਾਰੀ ਲੱਗਦੀ ਹੈ। ਜੇ ਕੋਈ ਨਗਰ ਕੀਰਤਨ ਦਾ ਪ੍ਰੋਗਰਾਮ ਹੋਵੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਨਾਲ ਜਿਹੜੇ ਪੰਜ ਪਿਆਰੇ ਤਿਆਰ ਬਰ ਤਿਆਰ ਚੱਲਦੇ ਹਨ ਉਹ ਵੀ ਪੰਜ ਗੁਰਸਿੱਖ ਹੁੰਦੇ ਹਨ। ਫਿਰ ਜਾਂ ਜੇ ਕੋਈ ਪੰਥ ਦੇ ਉੱਤੇ ਭੀੜ ਆ ਪਵੇ, ਕੋਈ ਪੰਥ ਦੇ ਅੱਗੇ ਬੜੀ ਵੱਡੀ ਸਮੱਸਿਆ ਆ ਜਾਵੇ ਤਾਂ ਉਦੋਂ ਵੀ ਸਰਬੱਤ ਖਾਲਸੇ ਦਾ ਇਕੱਠ ਕਰਕੇ ਵੀ ਉਦੋਂ ਪੰਜ ਪਿਆਰਿਆਂ ਦੀ ਹੀ ਚੋਣ ਕਰਕੇ ਤੇ ਫਿਰ ਮਸਲੇ ਦਾ ਹੱਲ ਲੱਭਿਆ ਜਾਂਦਾ ਸੀਗਾ। तो गुरु दियां जो शरीरक जिम्मेवारियां ने वो पंज तैयार बर तैयार पूर्ण गुरसिखा ने जो कि संगत दे विचों उस मौके की लोड़ मुताबक चुने जाते सन, उन्होंने निभानियां होंदियां ने। तो ये तीन स्टेटमेंट ने पूजा अकाल की, परचा शब्द का, दीदार खालसे का, एक तरीके से बड़ा कंप्लीट साढ़े वास्ते गाइडलाइन है कि सिख कौम ने अपने रहबर किसनों मनना है, पूजा किसकी करनी है,
ਔਰ ਜ਼ਿੰਮੇਵਾਰੀਆਂ ਨਿਭਾਉਣ ਦਾ ਹੱਕ ਜਾਂ ਜੋ ਰੋਲ ਹੈ ਉਹ ਕਿਹਦੇ ਕੋਲ ਹੈ। तो ਇਹਦੇ 'ਚ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ। तो ਇਹ ਜੋ ਹੁਣ ਪੰਕਤੀਆਂ ਸੰਗਤੀ ਤੌਰ ਤੇ ਪੜ੍ਹੀਆਂ ਜਾਂਦੀਆਂ ਨੇ, ਅਗਰ ਉਹਨਾਂ ਦੀ ਅਸੀਂ ਪੜਚੋਲ ਕਰੀਏ ਤਾਂ ਗੁਰੂ ਖਾਲਸਾ ਮਾਨੀਐ ਪ੍ਰਗਟ ਗੁਰੂ ਕੀ ਦੇ, ਇਹ ਲਫ਼ਜ਼ ਇਸ ਸਿਧਾਂਤ ਦੇ ਨਾਲ ਬਿਲਕੁਲ ਮੇਲ ਖਾਂਦੇ ਹਨ ਕਿ ਦੀਦਾਰ ਖਾਲਸੇ ਦਾ ਅਤੇ ਆਤਮਾ ਗ੍ਰੰਥ ਤੇ ਸਰੀਰ ਪੰਥ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਰਮਾਨ ਕੀਤਾ ਸੀ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਲੱਗਿਆ, ਉਸ ਸਿਧਾਂਤ ਨਾਲ ਵੀ ਮੇਲ ਖਾਂਦੇ ਹਨ। ਪਰ ਜੇ ਅਸੀਂ ਹੁਣ ਗਿਆਨੀ ਗਿਆਨ ਸਿੰਘ ਵਾਲੀ ਪੰਕਤੀਆਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਪ੍ਰਚਲਿਤ ਹਨ ਔਰ ਪੜ੍ਹੀਆਂ ਜਾਂਦੀਆਂ ਨੇ, ਉਹ ਪੜ੍ਹੀਏ ਜੀ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਤਾਂ ਫਿਰ ਤਾਂ ਇਹ ਸਾਨੂੰ ਉਸ ਰਾਹ ਤੇ ਤੋੜ ਦਿੰਦੀਆਂ ਨੇ ਜਿਹੜਾ ਬਹੁਤ ਹੱਦ ਤੱਕ ਸਨਾਤਨ ਮਤ ਦਾ ਮੂਰਤੀ ਪੂਜਾ ਦਾ ਜੋ ਕਰਮਕਾਂਡ ਦਾ ਤਰੀਕਾ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੇ ਉਹਨੂੰ ਅਸੀਂ ਸਿਧਾਂਤਕ ਤੌਰ ਤੇ ਪਰਖੀਏ ਤਾਂ ਕਿਸੇ ਪੱਖੋਂ ਵੀ ਇਹ ਸਿਧਾਂਤ ਗੁਰਮਤਿ ਦੇ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਜੋ ਜ਼ਿੰਮੇਵਾਰੀਆਂ ਦੇ ਨੇ ਨਿਭਾਉਣੀਆਂ ਹੁੰਦੀਆਂ ਨੇ ਉਹ ਤੁਸੀਂ ਸਾਰੇ ਹੀ ਸੋਚ ਸਮਝ ਸਕਦੇ ਹੋ ਕਿ ਬਈ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਉਹ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ। ਉਹਦੇ ਵਾਸਤੇ ਗੁਰਸਿੱਖਾਂ ਦੀ ਹਾਜ਼ਰੀ ਜ਼ਰੂਰੀ ਹੈ ਔਰ ਇਸੇ ਵਾਸਤੇ ਹੀ ਵਿਧਾਨ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਵੇ ਤਾਬਿਆ ਹਮੇਸ਼ਾ ਇੱਕ ਸਿੰਘ ਜ਼ਰੂਰ ਹਾਜ਼ਰ ਹੋਵੇ। ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਅੰਮ੍ਰਿਤਪਾਨ ਅੰਮ੍ਰਿਤ ਸੰਚਾਰ ਦੀ ਜੋ ਹੈ ਉਹ ਮਰਿਆਦਾ ਨਿਭਾਣੀ ਹੈ ਤਾਂ ਵੀ ਤਿਆਰ ਬਰ ਤਿਆਰ ਪੰਜ ਪਿਆਰੇ ਉਹ ਨਿਭਾਉਂਦੇ ਹਨ ਤੇ ਇੱਕ ਛੇਵਾਂ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੁੰਦਾ ਹੈ। ਤੋ ਸਰੀਰਕ ਰੂਪ ਦੇ ਅੰਦਰ ਗੁਰੂ ਖਾਲਸਾ ਪੰਥ ਦੇ ਨੁਮਾਇੰਦੇ ਜਿਹੜੇ ਹਨ ਉਹੀ ਸਰੀਰਕ ਜ਼ਿੰਮੇਵਾਰੀ ਨਿਭਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੇਧ ਦਿੰਦੇ ਹਨ, ਸਿਧਾਂਤਕ ਤੌਰ ਦੇ ਉੱਤੇ ਗੁਰੂ ਦੀ ਮੱਤ ਦਾ ਪ੍ਰਗਟਾਵਾ ਕਰਦੇ ਹਨ, ਉਹਦਾ ਪ੍ਰਕਾਸ਼ ਕਰਦੇ ਹਨ। ਤੋ ਇਸੇ ਕਰਕੇ ਲਫ਼ਜ਼ ਹਨ ਕਿ ਪਰਚਾ ਸ਼ਬਦ ਦਾ। ਸੋ ਸਾਡਾ ਭਰੋਸਾ, ਸਾਡਾ ਜੋ ਸਿਧਾਂਤਕ ਤੌਰ ਦੇ ਉੱਤੇ ਜੋ ਯਕੀਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਣਾ ਚਾਹੀਦਾ ਹੈ, ਪਰ ਸਰੀਰਕ ਜ਼ਿੰਮੇਵਾਰੀਆਂ ਦੇ ਵਾਸਤੇ ਦੀਦਾਰ ਖਾਲਸੇ ਦਾ ਹੋਣਾ ਚਾਹੀਦਾ ਹੈ। ਤੋ ਇਸ ਕਰਕੇ ਜਿਹੜੀਆਂ ਇਹ ਪੰਕਤੀਆਂ ਨੇ ਕਿ ਜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕਿਸੇ ਤੱਕ ਤੌਰ ਤੇ ਵੀ ਇਹ ਸਿਧਾਂਤਕ ਤੌਰ ਤੇ ਗੁਰਮਤਿ ਦੇ ਨਾਲ ਮੇਲ ਨਹੀਂ ਖਾਂਦੀਆਂ, ਨਾ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਹਨਾਂ ਬਚਨਾਂ ਦੀ ਉਹ ਦੇ ਨਾਲ ਮੇਲ ਖਾਂਦੀਆਂ ਹਨ ਕਿ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਸੋ ਸਿਧਾਂਤਕ ਤੌਰ ਦੇ ਉੱਤੇ, ਇਤਿਹਾਸਕ ਤੌਰ ਦੇ ਉੱਤੇ ਵੀ ਜੋ ਸਾਡਾ ਪੁਰਾਣਾ ਇਤਿਹਾਸ ਔਰ ਮਰਿਆਦਾ ਚਲਦੀ ਆ ਰਹੀ ਹੈ, ਇਹ ਪੰਕਤੀਆਂ ਉਹਦਾ ਬਲਕਿ ਵਿਰੋਧ ਕਰਦੀਆਂ ਨੇ। ਫਿਰ ਜਿਹੜੇ ਉਹ ਸ਼ਬਦ ਹਨ ਕਿ ਪ੍ਰਹਿਲਾਦ ਸਿੰਘ ਜੀ ਦੇ ਲਿਖੇ ਹੋਏ ਕਿ ਜੋ ਸਿੱਖ ਮੋਹ ਮਿਲਬੋ ਚਾਹੇ ਖੋਜ ਇਹਨੇ ਮੇਲੇ, ਬੜੇ ਆਪਣੇ ਆਪ ਵਿੱਚ ਬੜੇ ਸਪਸ਼ਟ ਲਫ਼ਜ਼ ਹਨ ਕਿ ਜੇ ਗੁਰੂ ਦੇ ਸਰੀਰਕ ਤੌਰ ਦੇ ਦਰਸ਼ਨ ਕਰਨੇ ਹਨ ਤਾਂ ਇਹਨਾਂ ਸੰਗਤ ਪੰਜਾਂ ਪਿਆਰਿਆਂ ਦੇ ਵਿੱਚੋਂ ਹੀ ਆਪ ਜੀ ਇਹ ਸੰਗਤ ਖਾਲਸੇ ਦੇ ਵਿੱਚੋਂ ਮੇਰੇ ਦੀਦਾਰ ਕਰ ਸਕਦੇ ਹੋ। ਔਰ ਐਸੇ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਚਾਰੇ ਹੋਏ ਮਿਲਦੇ ਵੀ ਹਨ ਕਿ ਜਦੋਂ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਆਪ ਜੀ ਤੋਂ ਬਾਅਦ ਅਸੀਂ ਹੁਣ ਜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹੋਣ, ਆਪਨੇ ਤਾਂ ਸਰੀਰਕ ਗੁਰੂ ਦੀ ਮਰਿਆਦਾ ਬੰਦ ਕਰ ਦਿੱਤੀ ਹੈ ਤੇ ਅਸੀਂ ਆਪ ਦੇ ਦੀਦਾਰ ਦੀ ਇੱਛਾ ਹੋਵੇ ਤੇ ਕਿਵੇਂ ਕਰੀਏ? ਤਾਂ ਉਹਨਾਂ ਕਿਹਾ ਸੀਗਾ ਕਿ ਪੰਜਾਂ ਵਿੱਚੋਂ ਮੇਰੇ ਦੀਦਾਰ ਕਰੋ। ਕਿਸੇ ਨੇ ਅੱਗੋਂ ਸਵਾਲ ਕਰ ਦਿੱਤਾ ਜੀ ਜੇ ਪੰਜ ਸਿੰਘ ਇਕੱਠੇ ਨਾ ਹੋਣ, ਤਾਂ ਉਹਨਾਂ ਕਿਹਾ ਸੀਗਾ ਕਿ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਲਓਗੇ ਤੇ ਉਹਦੇ ਵਿੱਚ ਵੀ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ। ਜਿਹੜਾ ਵੀ ਤਿਆਰ ਬਰ ਤਿਆਰ ਗੁਰੂ ਦਾ ਸਿੱਖ ਉਹ ਆਪਣੇ ਸਰੂਪ ਦੇ ਵਿੱਚੋਂ ਵੀ ਗੁਰੂ ਦੇ ਦੀਦਾਰੇ ਕਰ ਸਕਦਾ ਹੈ। ਤਾਂ ਕਲੀਅਰ ਕਨਸੈਪਟ ਹੈ ਕਿ ਗੁਰੂ ਦੇ ਸਰੀਰਕ ਦੀਦਾਰੇ, ਗੁਰੂ ਦੀ ਸਰੀਰਕ ਜ਼ਿੰਮੇਵਾਰੀ ਸਰੀਰਾਂ ਨੇ ਨਿਭਾਣੀ ਹੈ, ਗੁਰੂ ਖਾਲਸੇ ਦੇ ਸਰੀਰਾਂ ਨੇ। तो इस करके जो सही शब्दावली है, गुरु खालसा मानियो प्रगट गुरु की दे, जो सिख मोह मिलबो चाहे खोज इन्हें में ले। तो उस तो बाद जड़ियां अगलियां पंक्तियां भाई प्रहलाद सिंह दियां ने कि अकाल पुरख के बचन स्यों प्रगट चलायो पंथ, सब सिखन को बचन है गुरु मानियो ग्रंथ। वो भी अपने आप बड़ा स्पष्ट है कि गुरु ग्रंथ साहब जी नूं ही गुरु मनना है, वो परचा शब्द का दे सिद्धांत नाल भी मेल खाता है। तो प्रगट गुरां की दे खालसा है ते गुरु साहब दी ग्रंथ साहब जी जो जो स्वरूप है वो प्रगट गुरां की दे नहीं है। ये ज्ञानी ज्ञान सिंह जी वालों की हुई जी है, समझ लो एक मिलावट है। वैसे भी दसम ग्रंथ दे विच भी एक या सॉरी सरबलो ग्रंथ दे विच एक पंक्ति लिखी हुई मिलती है जिसे गुरु गोबिंद सिंह पातशाह दे नाल जोड़ी जाती है कि खालसा मेरो रूप है खास, खालसे में हो करो निवास। तो जे ऐसी सेध भी गुरु साहबान दे वेले तो सिखां नूं मिलदी आ रही है, तो फिर खालसे दे अंदर ही गुरु गोबिंद सिंह पातशाह दे गुरु साहब दे सरीरक रूप दे दर्शन किए जा सकते हैं, ना कि गुरु ग्रंथ साहब जी दे स्वरूप दे विचों असीं कोई देह दे दर्शन करने। आस है कि आप जी नूं इस सवाल का जवाब मिल गया होगा।
ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਬਹੁਤ ਅੱਛੇ ਤਰੀਕੇ ਨਾਲ ਔਰ ਪੂਰੀ ਡਿਟੇਲ ਨਾਲ MP ਸਿੰਘ ਨੇ ਸਾਨੂੰ ਇਸ ਸਵਾਲ ਦਾ ਉੱਤਰ ਦਿੱਤਾ ਹੈ। ਤੇ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਵੀ ਸਿੱਖਾਂ 'ਚ ਜਜ਼ਬਾ ਬੜਾ ਹੈ, ਸੇਵਾ ਦਾ ਭਾਵ ਬੜਾ ਹੈ, ਜੋਸ਼ ਬੜਾ ਹੈ, ਪਰ ਇੱਕ ਗੱਲ ਦੀ ਕਮੀ, ਉਹ ਹੈਗੀ ਕਿ ਅਸੀਂ ਅਵੇਅਰਨੈਸ ਸਾਡੇ 'ਚ ਕਮੀ, ਅਸੀਂ ਜਾਗਰੂਕ ਨਹੀਂ ਹੈਗੇ, ਜੋ ਕੁਝ ਹੁੰਦਾ ਚੱਲਣ ਦਿੰਦੇ। ਹੁਣ ਇਹ ਜਿਹੜੀ ਗੱਲ ਵੀਰ ਜੀ ਨੇ ਪੂਰੇ ਡਿਟੇਲ ਸਮਝਾਈ ਹੈ, ਬਈ ਕਿੱਥੋਂ ਦੇਖੋ ਬਿਲਕੁਲ ਉਹਦਾ ਜਿਹੜਾ ਸਰੂਪ ਹੈ ਚੇਂਜ ਕਰ ਦਿੱਤਾ ਗਿਆ। ਔਰ ਅੱਜ ਤੁਸੀਂ ਦੇਖ ਲਓ ਵੀ ਮੈਂ ਤੇ ਅਜੇ ਤੱਕ ਕੋਈ ਗੁਰਦੁਆਰੇ ਸਾਹਿਬ ਕਿਤੇ ਅਰਦਾਸ ਹੁੰਦੀ ਨਹੀਂ ਦੇਖੀ ਜਿੱਥੇ ਇਹ ਕਿਹਾ ਹੋਵੇ ਕਿ ਗੁਰੂ ਖਾਲਸਾ ਮਾਨੀ, ਗੁਰੂ ਗ੍ਰੰਥ ਜੀ ਮਾਨੀ ਕਹਿੰਦਾ। ਮਤਲਬ ਇੰਨੀ ਪ੍ਰਚਲਿਤ ਹੋ ਗਈ ਹੈ। ਇਹਦਾ ਮਤਲਬ ਇਹ ਹੈ ਕਿ ਮੈਂ ਤਾਂ ਹੀ ਕਹਿਣਾ ਕਿ ਸਾਡੇ 'ਚ ਅਵੇਅਰਨੈਸ ਨਹੀਂ ਹੈ। ਸਿਰਫ ਇਹੀ ਨਹੀਂ, ਤੁਸੀਂ ਦੇਖੋ ਅਗਰ ਤੁਸੀਂ ਇੱਕ ਸ਼ਹਿਰ, ਕਿਸੇ ਇੱਕ ਸ਼ਹਿਰ ਚਲੇ ਜਾਓ, ਉੱਥੇ 10 ਗੁਰਦੁਆਰਿਆਂ ਤੁਸੀਂ ਜਾਓ ਦਰਸ਼ਨ ਕਰਨ, ਤੇ ਉਹਨਾਂ ਦੀ ਮਰਿਆਦਾ ਦੇਖੋ ਤੇ ਉਹਨਾਂ 'ਚ ਆਪਸ ਕੁਝ ਨਾ ਕੁਝ ਫਰਕ ਜ਼ਰੂਰ ਮਿਲੇ। ਕਈਆਂ ਗੁਰਦੁਆਰਿਆਂ ਸਾਹਿਬਾਨ ਤੇ ਪੰਜ ਬਾਣੀਆਂ ਦਾ ਪਾਠ ਵੀ ਨਹੀਂ ਕੀਤਾ ਜਾਂਦਾ, ਕੋਈ ਹੋਰ ਬਾਣੀ ਲੈ ਕੇ ਕਹਿੰਦੇ ਉਹ ਕਰ ਲਓ ਜੀ, ਕਿਤੇ ਕੁਛ ਇਸੇ ਤਰ੍ਹਾਂ। ਤੋਂ ਇਹ ਜਿਹੜੀ ਆ ਸਾਡੀ ਭਿੰਨਤਾ ਹੈਗੀ, ਹੋਣਾ ਤੇ ਸਾਨੂੰ ਸਾਰੀ ਕੌਮ ਨੂੰ ਇੱਕ ਮੁੱਠ, ਔਰ ਸਾਨੂੰ ਇੱਕ ਹਰ ਚੀਜ਼ ਜਿਹੜੀ ਸਾਡੀ ਜਿਹੜੀ ਉਹ ਯੂਨੀਫਾਰਮ ਹੋਣੀ ਚਾਹੀਦੀ, ਇੱਕੋ ਜਿਹੀ ਹੋਣੀ ਚਾਹੀਦੀ। ਫਿਰ ਉਹਦੀ ਸਾਡਾ ਇਕੱਠ ਜਿਹੜਾ ਦਿਸਦਾ ਔਰ ਉਹਦੇ 'ਚ ਉਹਦੀ ਤਾਕਤ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਜਿੱਥੇ ਕਿਸੇ ਦਾ ਦਿਲ ਆਵੇ ਉਹ ਕਰ ਦਿੰਦਾ, ਪਰ ਲੈਕ ਆਫ ਅਵੇਅਰਨੈਸ ਹੋਣ ਕਰਕੇ ਕਦੀ ਉਹਨੂੰ ਕੋਈ ਓਬਜੈਕਟ ਹੀ ਨਹੀਂ ਕਰਦਾ, ਕੋਈ ਕਹਿੰਦਾ ਹੀ ਨਹੀਂ ਜੋ ਕਰਦਾ ਕਰੀ ਜਾਏ। ਹੁਣ ਜਿੱਥੇ ਤੱਕ ਸਾਡੀ ਇਹ ਬਿਰਤੀ ਰਹੇਗੀ ਵੀ ਜੋ ਕਰਦਾ ਕਰੀ ਜਾਏ, ਉਹ ਬਿਰਤੀ ਜਿਹੜੀ ਹੈ ਕੌਮੀਅਤ ਤੌਰ ਤੇ ਘਾਤਕ ਹੈ। ਸੋ ਸਾਨੂੰ ਚਾਹੀਦਾ ਕਿ ਅਸੀਂ ਬਿਲਕੁਲ ਜਾਗਰੂਕ ਹੋਈਏ ਔਰ ਆਪਣੀ ਮਰਿਆਦਾ ਤੇ ਔਰ ਗੁਰਬਾਣੀ ਦੇ ਅਸੂਲਾਂ ਤੇ ਪਹਿਰਾ ਦਈਏ, ਔਰ ਜਿੱਥੇ ਨਹੀਂ ਹੁੰਦਾ ਉੱਥੇ ਪੁਆਇੰਟ ਆਊਟ ਕਰਨਾ ਚਾਹੀਦਾ। ਤਾਂ ਸੰਗਤ ਜੀ, ਆਹ ਜਿਹੜਾ ਪਲੇਟਫਾਰਮ ਹੈ ਜਿੱਥੇ ਆਪਾਂ ਸਵਾਲ ਜਵਾਬ ਡਿਸਕਸ ਕਰਦੇ ਹਾਂ, ਇਹ ਵੀ ਸਤਿਗੁਰਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਹੈ। ਇੱਥੇ ਇਹ ਸਾਰੀਆਂ ਚੀਜ਼ਾਂ ਡਿਸਕਸ ਹੋ ਸਕਦੀਆਂ। ਜਿੱਥੇ ਵੀ ਆਪ ਜੀ ਨੂੰ ਕੋਈ ਗੱਲ ਲੱਗਦੀ ਹੈ ਉਹ ਜ਼ਰੂਰ ਸਵਾਲ ਦੇ ਰੂਪ ਵਿੱਚ ਭੇਜੋ, ਤਾਂ ਜੇ ਅਸੀਂ ਸਾਰੀ ਸੰਗਤ ਨਾਲ ਸਾਂਝਾ ਕਰਕੇ, ਜਿਵੇਂ ਅੱਜ ਇਹ ਸਵਾਲ ਕੀਤਾ ਹੈ, ਸੰਗਤ ਵਿੱਚ ਸਾਂਝਾ ਕਰਕੇ ਵਿਚਾਰ ਸਾਂਝੇ ਕਰੀਏ, ਤੇ ਘੱਟੋ ਘੱਟ ਸਾਨੂੰ ਜਿਹੜੇ ਇੱਥੇ ਪਾਰਟਿਸਪੈਂਟਸ ਹਨ, ਸਾਨੂੰ ਇਹਨਾਂ ਗੱਲਾਂ ਦੀ ਅਵੇਅਰਨੈਸ ਜ਼ਰੂਰ ਹੋਵੇ ਵੀ ਕਿਹੜੀ ਗੱਲ ਠੀਕ ਹੈ, ਕਿਹੜੀ ਗੱਲ ਗਲਤ। ਤੋ MP ਸਿੰਘ ਜੀ, ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ। ਤੋ ਸੰਗਤ ਜੀ, ਸਮਾਂ ਬੜੀ ਤੇਜ਼ੀ ਨਾਲ ਦੌੜ ਰਿਹਾ ਹੈ। ਤੋ ਇੱਕ ਸਵਾਲ ਹੋਰ ਸਾਨੂੰ ਆਇਆ ਕਿ ਕਰਤਾਰਪੁਰ ਵਾਲੀ ਭੀੜ ਵਿੱਚ ਕਿਸ ਦੇ ਦਸਤਖਤ ਹਨ। ਦੂਸਰਾ ਇਸ ਪਾਰਟ ਇਸ ਸਵਾਲ ਦਾ ਹੈਗਾ ਕਿ ਰਾਗਮਾਲਾ ਤੇਰਾ ਕੀਤਾ ਜਾਤੋ ਰਾਈ ਵਾਲੇ ਸ਼ਬਦ ਤੋਂ ਪਹਿਲੇ ਹੈ ਕਿ ਪਿੱਛੇ ਹੈ ਜਿਹੜੀ ਕਰਤਾਰਪੁਰ ਵਾਲੀ ਭੀੜ। ਤੋ ਉਹਦੇ ਲਈ ਸਾਡਾ ਤੇ ਸਿਰਫ ਸਿੰਪਲ ਇਹੀ ਬੇਨਤੀ ਹੈ ਵੀ ਕਿਹਦੇ ਦਸਤਖਤ ਹੈਗੇ ਨੇ, ਕਿਹਦੇ ਨਹੀਂ ਹੈਗੇ, ਤੇ ਇਹ ਸਾਡੇ ਗਿਆਤਾ 'ਚ ਨਹੀਂ ਹੈ, ਅਸੀਂ ਨਹੀਂ ਦੱਸ ਸਕਦੇ ਕੀ ਹੈ। ਇਹਦੇ ਲਈ ਸਵਾਲਕਰਤਾ ਨੂੰ ਬੇਨਤੀ ਕਰਾਂਗੇ ਵੀ ਕਿਰਪਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਣ, ਤੇ ਇਹਦੀ ਜਿਹੜੀ ਇੱਕ ਕਲੈਰੀਫਿਕੇਸ਼ਨ ਹੈ ਉਹ ਕਿਰਪਾ ਕਰਕੇ ਉੱਥੋਂ ਲੈ ਲਈ ਜਾਏ। ਹੋਰ ਸਾਡੇ ਕੋਲ ਇਹਦੀ ਕੋਈ, ਜੇ ਅਸੀਂ ਸੋਚੀਏ ਸਾਡੇ ਕੋਲ ਕੋਈ ਡਿਟੇਲਡ ਇਨਫੋਰਮੇਸ਼ਨ ਹੈ, ਉਹ ਨਹੀਂ। ਕਰਤਾਰਪੁਰ ਵਾਲੀ ਭੀੜ ਜਿਹੜੀ ਹੈ ਉਹ ਵੀ ਆਮ ਸੰਗਤਾਂ ਦੇ ਦਰਸ਼ਨਾਂ ਲਈ ਨਹੀਂ। ਪਹਿਲੇ ਮਹੀਨੇ 'ਚ ਇੱਕ ਵਾਰੀ ਸੰਗਰਾਂਦ ਵਾਲੇ ਦਿਨ ਉਹਦੇ ਦਰਸ਼ਨ ਕਰਾਏ ਜਾਂਦੇ ਸਨ, ਪਰ ਅੱਜ ਕੱਲ੍ਹ ਮੈਨੂੰ ਕਿਸੇ ਮੇਰੇ ਮਿੱਤਰ ਨੇ ਦੱਸਿਆ ਜਿਹੜਾ ਉੱਥੇ ਕਾਫੀ ਦੇਰ ਰਿਹਾ, ਉਹਨੇ ਕਿਹਾ ਵੀ ਅੱਜ ਕੱਲ੍ਹ ਉਹ ਵੀ ਨਹੀਂ ਕਰਾਉਂਦੇ। ਉਹਦੇ ਕਾਰਨ ਕੁਝ ਹੋ ਸਕਦੇ ਨੇ, ਉਹ ਮੈਂ ਹੁਣ ਇੱਥੇ ਡਿਸਕਸ ਨਹੀਂ ਕਰ ਰਿਹਾ। ਮੈਂ ਤੇ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਇਹ ਜਿਹੜਾ ਪਹਿਲਾ ਸਵਾਲ ਵੀਰ MP ਸਿੰਘ ਨੇ ਕੀਤਾ, ਇਹਦੇ ਬਾਰੇ ਕਿਰਪਾ ਕਰਕੇ ਆਪਣੀ ਡੀਪ ਥਾਟ ਦਿਓ ਜੀ, ਬਈ ਕਿਉਂ ਸਾਡੇ ਵਿੱਚ ਜੋ ਚੀਜ਼ ਮਰਜ਼ੀ ਆਏ ਉਹ ਲਾਗੂ ਹੋ ਜਾਂਦੀ ਹੈ। ਅਸੀਂ ਸੋਚਦੇ ਹੀ ਨਹੀਂ ਵੀ ਉਹ ਸਾਡੀ ਬੇਸਿਕ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਹੈ ਕਿ ਨਹੀਂ ਖਾਂਦੀ। ਤਾਂ ਕਿਰਪਾ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ 'ਚ ਅਵੇਅਰਨੈਸ ਆਉਣੀ। ਅਵੇਅਰਨੈਸ ਆਏਗੀ ਤੇ ਫਿਰ ਅਸੀਂ ਜਾਗਰੂਕ ਹੋਵਾਂਗੇ, ਤਾਂ ਹੀ ਅਸੀਂ ਆਪਣੀ ਕੌਮ ਨੂੰ ਇੱਕ ਸਹੀ ਦਿਸ਼ਾ ਵੱਲ ਜਾਂਦੇ ਦੇਖ ਸਕਾਂਗੇ। ਤੋ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੀ ਸੰਗਤ ਜੀ ਆਪਸੋਂ ਅੱਜ ਦੇ ਜਿਹੜੇ ਪ੍ਰੋਗਰਾਮ ਨੇ ਇਹ ਨਿਭਾਉਂਦਿਆਂ ਹੋ ਗਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਤਰੁੱਟੀਆਂ ਲਈ ਮੈਂ ਆਪਸੋਂ ਔਰ ਸਾਰੇ ਪੈਨਲ ਦੇ ਵੀ ਆਪ ਤੇ ਖਿਮਾ ਮੰਗਦਾ। ਜਿਹੜੇ ਸਵਾਲ ਸਾਡੇ ਕੋਲ ਹੋਰ 2 ਰਹਿ ਗਏ ਨੇ ਉਹ ਅਗਲੇ ਹਫਤੇ ਪਹਿਲੇ ਲੈ ਜਾਣਗੇ। ਮੈਂ ਉਹਨਾਂ ਪਾਸੋਂ ਵੀ ਖਿਮਾ ਮੰਗਦਾ ਜਿਹਨਾਂ ਦੇ ਸਵਾਲ ਨੇ। ਤੋ ਆਪ ਨੂੰ ਫਿਰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਸਵਾਲ ਜ਼ਰੂਰ ਭੇਜੋ। ਤੁਸੀਂ ਦੇਖੋ ਸਵਾਲ ਭੇਜਦੇ ਹੋ ਤੇ ਸਾਨੂੰ ਆਪਣਾ ਅੰਦਰ ਕੁਰੇ ਦੇਣਾ ਪੈਂਦਾ। ਹੁਣ ਜਿਵੇਂ ਇਹ ਸਵਾਲ ਆਇਆ ਪ੍ਰਗਟ ਗੁਰਾਂ ਕੀਤੇ, ਇਹ ਆਮ ਤੌਰ ਤੇ ਮੈਂ ਕਦੀ ਨਹੀਂ ਸੁਣਿਆ ਵੀ ਵਿਚਾਰਿਆ ਜਾਂਦਾ ਹੋਵੇ ਗੁਰਪੁਰਬਾਂ ਤੇ ਜਾਂ ਹੋਰ ਇਕੱਠਾਂ ਤੇ। ਤੋ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਡੇ ਕੋਲ ਸਵਾਲ ਆਇਆ, ਅਸੀਂ ਉਹਦੀ ਖੋਜ ਲੱਭੀ, ਵੀਰਾਂ ਨੇ ਉਹ MP ਸਿੰਘ ਨੇ ਉਹਦਾ ਉੱਤਰ ਦਿੱਤਾ। ਇਸ ਲਈ ਮੈਂ ਸਭ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਮਨ ਵਿੱਚ ਕੋਈ ਗੱਲ ਨਾ ਰੱਖੋ, ਜਿਹੜੀ ਗੱਲ ਆਵੇ
ਉਹ ਕਿਰਪਾ ਕਰਕੇ ਸਾਨੂੰ ਟ੍ਰਾਂਸਫਰ ਕਰ ਦਿਆ ਕਰੋ ਤਾਂ ਜੇ ਅਸੀਂ ਆਪਣਾ ਉੱਤੇ ਅਗਲਾ ਐਕਸ਼ਨ ਲਈਏ। ਤੋ ਇੱਕ ਵਾਰੀ ਫੇਰ ਸਾਰੀ ਸੰਗਤ ਦਾ ਧੰਨਵਾਦ ਕਰਦਾ, ਆਪਣੇ ਵੀ ਤੇ ਪੈਨਲ ਵੀ ਤੇ ਅਗਲੇ ਸੋਮਵਾਰ ਫਿਰ ਇਸੇ ਸਮੇਂ ਤੁਹਾਡੇ ਨਾਲ ਮਿਲਾਂਗੇ ਜੀ। ਜਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ